एवरीवन सत श्री अकाल सारिਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ ਆਪਾਂ ਅੱਜ ਕਰਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 9th ਕਲਾਸ ਦੀ ਇੰਗਲਿਸ਼ ਦੀ ਬੁੱਕ ਤੇ ਉਹਦਾ 6ਵਾਂ ਚੈਪਟਰ ਦ ਬਵਿਚਡ ਜੈਕਟ ਬਵਿਚਡ ਦਾ ਮਤਲਬ ਹੁੰਦਾ ਹੈ ਆਪਾਂ ਕਹਿ ਸਕਦੇ ਹਾਂ ਮੋਹਿਤ ਜੈਕਟ ਕਰ ਲੈਣ ਵਾਲੀ ਜੈਕਟ ਜਾਂ ਫਿਰ ਜਿਹੜੀ ਜੈਕਟ ਦੇ ਵਿੱਚ ਜਾਦੂਈ ਸ਼ਕਤੀਆਂ ਹੋਣ ਇਹ ਚੈਪਟਰ ਲਿਖਿਆ ਹੈ ਡੀਨੋ ਬੁਜ਼ਾਟੀ ਨੇ ਤਾਂ ਚਲੋ ਦੇਖਦੇ ਹਾਂ ਇਸ ਚੈਪਟਰ ਦੇ ਵਿੱਚ ਕੀ ਹੈਗਾ ਦੀ ਆਥਰ ਗॉट ਅ ਸੂਟ ਮੇਡ ਫਰੋਮ ਐਨ ਅਨਨੋਨ ਟੇਲਰ ਲੇਖਕ ਨੇ ਇੱਕ ਅਣਜਾਣ ਅਣਪਛਾਣੇ ਦਰਜੀ ਤੋਂ ਇੱਕ ਸੂਟ ਬਣਵਾਇਆ he found that the jacket of that suit had magical powers ਤੇ ਉਸਨੇ ਦੇਖਿਆ ਕਿ ਉਸ ਸੂਟ ਦੀ ਜਿਹੜੀ ਜੈਕਟ ਸੀ ਉਸ ਵਿੱਚ ਜਾਦੂਈ ਸ਼ਕਤੀਆਂ ਸਨ it gave him lots of wealth ਤੇ ਉਸਨੇ ਉਹਨੂੰ ਬਹੁਤ ਸਾਰੀ ਦੌਲਤ ਵੀ ਦਿੱਤੀ ਜਿਹੜੀ ਜੈਕਟ ਸੀ was the author happy with this unexpected wealth ਕੀ ਲੇਖਕ ਇਸ unexpected wealth ਜਿਹੜੀ ਉਹਨੇ ਐਕਸਪੈਕਟ ਨਹੀਂ ਕੀਤਾ ਸੀ ਜਿਹਦੀ ਉਮੀਦ ਉਹਨੂੰ ਨਹੀਂ ਸੀ ਉਸ ਪੈਸੇ ਤੋਂ ਕੀ ਉਹ ਖੁਸ਼ ਸੀ ਲੈਟਸ ਫਾਈਂਡ ਆਊਟ ਚਲੋ ਦੇਖਦੇ ਹਾਂ ਸਮਝਦੇ ਹਾਂ ਪਤਾ ਲਗਾਉਂਦੇ ਹਾਂ ਕਹਾਣੀ ਸ਼ੁਰੂ ਹੁੰਦੀ ਹੈ One night during a reception at a house in Milan ਇੱਕ ਸ਼ਹਿਰ ਹੈਗਾ ਇਟਲੀ ਦੇ ਵਿੱਚ I met a man about 40 years old ਲੇਖਕ ਨੇ ਇਹ ਦੱਸਿਆ ਹੈ ਕਿ ਇੱਕ ਰਾਤ ਮਿਲਾਨ ਦੇ ਇੱਕ ਘਰ ਵਿੱਚ ਰਿਸੈਪਸ਼ਨ ਦੇ ਦੌਰਾਨ ਉਹ ਇੱਕ ਅਣਜਾਣ ਆਦਮੀ ਨੂੰ ਮਿਲਿਆ ਜਿਹਦੀ ਉਮਰ 40 ਸਾਲ ਸੀ ਉਹ ਬਜ਼ੁਰਗ ਸੀ who looked handsome because of his clothes ਪਰ ਉਹ ਇਨਸਾਨ ਆਪਣੇ ਕੱਪੜਿਆਂ ਕਾਰਨ ਬਹੁਤ ਸੋਹਣਾ ਲੱਗ ਰਿਹਾ ਸੀ I don't know who he was ਤੇ ਲੇਖਕ ਕਹਿੰਦਾ ਮੈਨੂੰ ਨਹੀਂ ਪਤਾ ਉਹ ਆਦਮੀ ਕੌਣ ਸੀ I was meeting him for the first time ਮੈਂ ਉਸਨੂੰ ਪਹਿਲੀ ਵਾਰ ਮਿਲ ਰਿਹਾ ਸੀ and at the introduction as it always happens ਤੇ ਜਿਵੇਂ ਜਾਣ ਪਛਾਣ ਕਰਦੇ ਹੋਏ ਜਿਵੇਂ ਕਿ ਹਮੇਸ਼ਾ ਹੀ ਹੁੰਦਾ ਹੈ it was impossible to get his name ਕਾਫੀ ਦਿੱਕਤ ਆ ਰਹੀ ਸੀ ਅਸੰਭਵ ਜਿਹਾ ਲੱਗ ਰਿਹਾ ਸੀ ਨਾਮੁਮਕਿਨ ਲੱਗ ਰਿਹਾ ਸੀ ਉਹਦਾ ਨਾਮ ਜਾਣਨਾ but after some time I found myself near him ਪਰ ਕੁਝ ਸਮੇਂ ਬਾਅਦ ਮੈਂ ਕੋਸ਼ਿਸ਼ ਜਦ ਕਰਦਾ ਰਿਹਾ ਵੀ ਉਹਦਾ ਨਾਮ ਪਤਾ ਲੱਗੇ ਮੈਂ ਇਹ ਦੇਖਿਆ ਕਿ ਮੈਂ ਉਸ ਨਾਲ ਬਿਲਕੁਲ ਨੇੜੇ ਖੜਾ ਹਾਂ ਐਂਡ ਵੀ ਸਟਾਰਟਡ ਟਾਕਿੰਗ ਤੇ ਅਸੀਂ ਗੱਲਬਾਤ ਕਰਨ ਲੱਗ ਪਏ ਹਾਂ ਕਿਉਂਕਿ ਰਿਸੈਪਸ਼ਨ ਸੀ ਪਾਰਟੀ ਵੱਡੀ ਸੀ ਅੱਗੇ ਹੀ ਸੀਮ ਟੂ ਬੀ ਅ ਜੈਂਟਲ ਪਰਸਨ ਉਹ ਕਾਫੀ ਆਪਾਂ ਕਹਿ ਸਕਦੇ ਹਾਂ ਜੈਂਟਲ ਇਨਸਾਨ ਲੱਗ ਰਿਹਾ ਸੀ ਨਰਮ ਦਿਲ ਦਾ ਇਨਸਾਨ ਲੱਗ ਰਿਹਾ ਸੀ ਬਟ ਵਿਦ ਐਨ ਏਅਰ ਆਫ ਸੈਡਨੈਸ ਉਹਦੇ ਆਲੇ ਦੁਆਲੇ ਜਿਹੜੀ ਹਵਾ ਸੀ ਉਹਦੇ ਵਿੱਚ ਉਦਾਸੀ ਸੀ ਆਈ ਕੰਪਲੀਮੈਂਟਡ ਹਿਮ ਫॉर ਹਿਸ ਕਲੋਥਸ ਮੈਂ ਉਸਨੂੰ ਉਸਦੇ ਕੱਪੜਿਆਂ ਬਾਰੇ ਤਾਰੀਫ ਕੀਤੀ ਐਂਡ ਆਈ ਆਸਕਡ ਹਿਮ who his tailor was ਤੇ ਮੈਂ ਉਸਨੂੰ ਪੁੱਛਿਆ ਵੀ ਤੁਹਾਡਾ ਦਰਜੀ ਕੌਣ ਹੈ he smiled courteously ਤੇ ਉਸਨੇ ਬੜਾ ਉਤਸੁਕਤਾ ਨਾਲ ਇੱਕ ਮੁਸਕਰਾਹਟ ਦਿੱਤੀ ਜਿਵੇਂ ਆਪਾਂ courteously ਕਹਿੰਦੇ ਆ ਵੀ ਬੜੇ ਮੈਨਰਸ ਦੇ ਨਾਲ ਉਹਨੇ ਸਮਾਈਲ ਪਾਸ ਕੀਤੀ as if he knew I would ask this question ਇੰਜ ਲੱਗ ਰਿਹਾ ਸੀ ਜਦ ਉਹਨੇ ਸਮਾਈਲ ਦਿੱਤੀ ਕਿ ਸ਼ਾਇਦ ਉਹਨੂੰ ਪਹਿਲਾਂ ਤੋਂ ਹੀ ਪਤਾ ਸੀ ਵੀ ਮੈਂ ਉਸ ਤੋਂ ਇਹ ਸਵਾਲ ਪੁੱਛਣਾ ਹੀ ਪੁੱਛਣਾ ਨੀਅਰਲੀ no one knows him he said ਤੇ ਉਹ ਕਹਿੰਦਾ ਇਹ ਜਿਹੜਾ ਦਰਜੀ ਹੈ ਉਹਨੂੰ ਕੋਈ ਵੀ ਨਹੀਂ ਜਾਣਦਾ ਤੁਸੀਂ ਆਹ ਹਿਸਾਬ ਲਾ ਲਓ ਸਟਿਲ ਹੀ ਇਜ਼ ਅ ਗ੍ਰੇਟ ਮਾਸਟਰ ਹਾਲਾਂਕਿ ਉਹਨੂੰ ਕੋਈ ਨਹੀਂ ਜਾਣਦਾ ਉਹ ਜ਼ਿਆਦਾ ਮਸ਼ਹੂਰ ਨਹੀਂ ਹੈਗਾ ਪਰ ਫਿਰ ਵੀ ਉਹ ਆਪਣੇ ਕੰਮ ਦੇ ਵਿੱਚ ਕਾਫੀ ਮਾਹਰ ਹੈਗਾ ਤੇ ਲੇਖਕ ਕਹਿੰਦਾ ਕੈਨ ਆਈ ਵੀ ਮੈਂ ਜਾਣ ਸਕਦਾ ਉਹਦੇ ਬਾਰੇ ਓ ਟਰਾਈ ਹਿਸ ਨੇਮ ਇਜ਼ ਕੋਰਟੀਸੈਲਾ ਅਲਫਾਂਸੋ ਕੋਰਟੀਸੈਲਾ ਵਿਆ ਫੈਰਾਰਾ 17 ਤੇ ਉਹ ਉਸ ਬੰਦੇ ਬਾਰੇ ਕਹਿੰਦਾ ਵੀ ਠੀਕ ਹੈ ਤੁਸੀਂ ਜਾਣਨ ਦੀ ਕੋਸ਼ਿਸ਼ ਕਰ ਲਓ ਕੋਸ਼ਿਸ਼ ਕਰੋ ਉਸਦਾ ਨਾਮ ਹੈਗਾ ਕੋਰਟੀਸੈਲਾ ਅਲਫਾਂਸੋ ਕੋਰਟੀਸੈਲਾ ਤੇ ਉਹਦਾ ਐਡਰੈਸ ਦੱਸਦਾ ਹੈ ਵਾਇਆ ਫੈਰਾਰਾ 17 he will be expensive I imagine ਤੇ ਲੇਖਕ ਕਹਿੰਦਾ ਹੈ ਵੀ ਮੈਨੂੰ ਲੱਗਦਾ ਵੀ ਉਹ ਕਾਫੀ ਮਹਿੰਗਾ ਹੋਏਗਾ ਕਾਫੀ ਮਹਿੰਗਾ ਕੰਮ ਕਰਦਾ ਹੋਏਗਾ I believe so but I swear I don't know
ਤੇ ਉਸਨੂੰ ਉਹ ਦੂਜਾ ਬੰਦਾ ਜਵਾਬ ਦਿੰਦਾ ਹੈ ਵੀ ਬਿਲਕੁਲ ਮੈਨੂੰ ਲੱਗਦਾ ਹੈ ਵੀ ਉਹ ਕਾਫੀ ਮਹਿੰਗਾ ਹੋਏਗਾ, ਪਰ ਮੈਂ ਸਹੁੰ ਖਾ ਕੇ ਕਹਿੰਦਾ ਵੀ ਮੈਨੂੰ ਪਤਾ ਨਹੀਂ ਹੈ ਇਸ ਬਾਰੇ। ਹੀ ਮੇਡ ਮੀ ਦਿਸ ਸੂਟ 3 years ago। ਉਸ ਦਰਜੀ ਨੇ ਮੈਨੂੰ ਇਹ ਸੂਟ 3 ਸਾਲ ਪਹਿਲਾਂ ਸਿਲ ਕੇ ਦਿੱਤਾ ਸੀ। ਐਂਡ ਸਟਿਲ ਹੀ ਹੈਜ਼ਨਟ ਸੈਂਟ ਮੀ ਦ ਬਿੱਲ, ਹੀ ਰਿਪਲਾਈਡ। 3 ਸਾਲ ਪਹਿਲਾਂ ਉਹਨੇ ਸਿਲ ਕੇ ਦਿੱਤਾ ਸੀ ਤੇ ਹੁਣ ਵੀ ਉਸਨੇ ਮੈਨੂੰ ਇਸ ਦਾ ਬਿੱਲ ਨਹੀਂ ਭੇਜਿਆ। ਕੋਟੀਸੈਲਾ via Ferrara 17 did you say, I asked? ਕੋਟੀਸੈਲਾ ਉਹ ਦੁਬਾਰਾ ਪੁੱਛਦਾ ਹੈ via Ferrara 17 did you say, ਤੁਸੀਂ ਆਹੀ ਕਿਹਾ ਨਾ, ਉਹਨੇ ਦੁਬਾਰਾ ਪੁੱਛਿਆ। Exactly, the stranger answered। ਤੇ ਉਹ ਅਜਨਬੀ ਇਨਸਾਨ ਜਵਾਬ ਦਿੰਦਾ ਹੈ ਬਿਲਕੁਲ। and he left me to join another group of people। ਤੇ ਉਸਨੇ ਮੈਨੂੰ ਇੱਕ ਹੋਰ ਗਰੁੱਪ ਨੂੰ ਜੁਆਇਨ ਕਰਨਾ ਸੀ, ਇਸ ਕਰਕੇ ਮੈਨੂੰ ਉੱਥੇ ਹੀ ਛੱਡਤਾ। ਇੱਥੇ ਮੈਂ ਖੜਾ ਸੀ ਤੇ ਉਹ ਅੱਗਾ ਨੂੰ ਚਲਾ ਗਿਆ ਜਿੱਥੇ ਹੋਰ ਲੋਕੀ ਖੜੇ ਸੀ, ਉਹਨਾਂ ਨਾਲ ਗੱਲਬਾਤ ਕਰਨ ਦੇ ਲਈ ਉਹ ਉੱਥੇ ਚਲਾ ਗਿਆ। ਐਟ ਵਾਇਆ ਫੈਰਾਰਾ 17 ਆਈ ਫਾਊਂਡ ਦ ਹਾਊਸ। ਤੇ ਇੱਥੇ ਜਾ ਕੇ ਉਹਨੂੰ ਉਹ ਘਰ ਮਿਲ ਗਿਆ ਲੇਖਕ ਨੂੰ। ਦ ਟੇਲਰ ਹਿਮਸੈਲਫ ਕੇਮ ਟੂ ਲੈਟ ਮੀ ਇਨ। ਦਰਜੀ ਖੁਦ ਉਸਨੂੰ ਅੰਦਰ ਲੈ ਜਾਣ ਲਈ ਆਇਆ। He was a little old man with his hair dyed black। ਉਹ ਇੱਕ ਛੋਟਾ ਜਿਹਾ ਬਜ਼ੁਰਗ ਜਿਹਾ ਆਦਮੀ ਸੀ ਜਿਸਨੇ ਆਪਣੇ ਵਾਲਾਂ ਨੂੰ ਕਾਲਾ ਰੰਗ ਰੰਗਿਆ ਹੋਇਆ ਸੀ। I explained to him how I got his address। ਤੇ ਮੈਂ ਉਸਨੂੰ ਸਮਝਾਇਆ ਕਿ ਮੈਨੂੰ ਉਸਦਾ ਪਤਾ ਕਿਵੇਂ ਮਿਲਿਆ। Praised his cutting। ਤੇ ਉਸਦੀ ਜਿਹੜੀ ਕੱਪੜੇ ਦੀ ਕਟਿੰਗ ਸੀ ਉਸਦੀ ਪ੍ਰਸ਼ੰਸਾ ਕੀਤੀ, ਤਾਰੀਫ ਕੀਤੀ। ਐਂਡ ਆਸਕਡ ਹਿਮ ਟੂ ਮੇਕ ਮੀ ਅ ਸੂਟ। ਤੇ ਮੈਂ ਉਸਨੂੰ ਆਪਣੇ ਲਈ ਇੱਕ ਸੂਟ ਬਣਾਉਣ ਲਈ ਕਿਹਾ। ਹੀ ਸਿਲੈਕਟਡ ਅ ਗ੍ਰੇ ਵੂਲ, ਦੈਨ ਹੀ ਟੁਕ ਮਾਈ ਮੈਜ਼ਰਮੈਂਟਸ। ਸੂਟ ਬਣਾਉਣ ਲਈ ਸਭ ਤੋਂ ਪਹਿਲਾਂ ਉਸਨੇ ਸਲੇਟੇ ਰੰਗ ਦੀ ਉੱਨ ਉਹ ਚੁਣੀ ਤੇ ਫਿਰ ਉਸ ਤੋਂ ਬਾਅਦ ਮੇਰਾ ਮਾਪ ਲਿਆ। ਐਂਡ ਆਫਰ ਟੂ ਕਮ ਟੂ ਮਾਈ ਹਾਊਸ ਫॉर ਦ ਫਿਟਿੰਗ। ਤੇ ਫਿਰ ਫਿਟਿੰਗ ਲਈ ਮੇਰੇ ਘਰ ਆਉਣ ਦੇ ਲਈ ਉਹਨੇ ਕਿਹਾ, ਪੇਸ਼ਕਸ਼ ਕੀਤੀ ਵੀ ਮੈਂ ਆ ਜਾਵਾਂਗਾ ਤੁਹਾਡੇ ਘਰ। ਆਈ ਆਸਕਡ ਹਿਮ ਦ ਪ੍ਰਾਈਸ। ਤੇ ਮੈਂ ਉਸਨੂੰ ਕੀਮਤ ਪੁੱਛੀ ਵੀ ਕਿੰਨੇ ਪੈਸੇ ਲੱਗਣਗੇ। ਦੇਰ ਵਾਜ਼ ਨੋ ਹਰੀ, ਹੀ ਆਨਸਰਡ। ਉਹ ਕਹਿੰਦਾ ਕੋਈ ਜਲਦੀ ਨਹੀਂ ਹੈ, ਉਹਨੇ ਜਵਾਬ ਦਿੱਤਾ। ਵਾਟ ਅ ਨਾਈਸ ਮੈਨ, ਆਈ ਥੌਟ ਐਟ ਫਸਟ। ਮੈਂ ਸੋਚਿਆ ਵੀ ਕਿੰਨਾ ਚੰਗਾ ਆਦਮੀ ਹੈ। ਬਟ ਵਾਈਲ ਆਈ ਵਾਜ਼ ਰਿਟਰਨਿੰਗ ਹੋਮ I realized that the old man had left me feeling uneasy। ਉਦੋਂ ਤਾਂ ਮੈਨੂੰ ਲੱਗਿਆ ਵੀ ਪੈਸੇ ਨਹੀਂ ਪੁੱਛ ਰਿਹਾ, ਦੱਸ ਰਿਹਾ ਕਿ ਕਿੰਨਾ ਵਧੀਆ ਇਨਸਾਨ ਹੈ, ਵੀ ਟੈਨਸ਼ਨ ਹੀ ਨਹੀਂ ਲੈ ਰਿਹਾ। ਪਰ ਜਦੋਂ ਮੈਂ ਘਰ ਵਾਪਸ ਆ ਰਿਹਾ ਸੀ, ਵਾਪਸ ਪਰਤ ਰਿਹਾ ਸੀ, ਤਾਂ ਮੈਨੂੰ ਮਹਿਸੂਸ ਹੋਇਆ ਕਿ ਉਸ ਬਜ਼ੁਰਗ ਆਦਮੀ ਨੇ ਮੈਨੂੰ ਬੇਚੈਨੀ ਜਿਹੀ ਮਹਿਸੂਸ ਕਰਵਾਈ। Perhaps because of his too much warm smiles। ਤੇ ਮੈਨੂੰ ਬੇਚੈਨੀ ਜੀ ਇਸ ਲਈ ਹੋਣ ਲੱਗੀ ਕਿਉਂਕਿ ਉਹ ਬਹੁਤ ਜ਼ਿਆਦਾ ਸਮਾਈਲਸ ਦੇ ਰਿਹਾ ਸੀ, ਐਵੇਂ ਲੱਗਦਾ ਨਾ ਜ਼ਿਆਦਾ ਨਾਟਕ ਕਰ ਰਿਹਾ ਹੋਏ ਕੋਈ ਬੰਦਾ। ਇਨ ਸ਼ਾਰਟ ਆਈ ਹੈਡ ਨੋ ਵਿਸ਼ ਟੂ ਸੀ ਹਿਮ ਅਗੇਨ। ਤੇ ਆਪਾਂ ਇਹ ਕਹਿ ਸਕਦੇ ਹਾਂ ਵੀ ਮੈਨੂੰ ਉਸਨੂੰ ਦੁਬਾਰਾ ਦੇਖਣ ਦੀ, ਮਿਲਣ ਦੀ ਕੋਈ ਇੱਛਾ ਨਹੀਂ ਸੀ ਹੁਣ। ਬਟ ਨਾਓ ਦ ਸੂਟ ਹੈਡ ਬੀਨ ਆਰਡਰਡ। ਪਰ ਦਿੱਕਤ ਇਹ ਸੀ ਵੀ ਜਿਹੜਾ ਸੂਟ ਹੈਗਾ ਉਹ ਮੈਂ ਆਰਡਰ ਕਰ ਦਿੱਤਾ ਸੀ ਵੀ ਬਣਾ ਕੇ ਦਿਓ। ਐਂਡ ਆਫਟਰ 3 weeks ਇਟ ਵਾਜ਼ ਰੈਡੀ। ਤੇ 3 ਹਫ਼ਤੇ ਲੱਗੇ ਤੇ 3 ਹਫ਼ਤੇ ਬਾਅਦ ਉਹ ਤਿਆਰ ਹੋ ਗਿਆ। when they brought it to me, ਜਦ ਉਹ ਸੂਟ ਮੇਰੇ ਕੋਲ ਲੈ ਕੇ ਆਏ, I tried it। ਮੈਂ ਉਸਨੂੰ ਉੱਤੇ ਆਪਣੇ ਪਾਇਆ, ਮੈਂ ਕੋਸ਼ਿਸ਼ ਕੀਤੀ ਵੀ ਫਿਟਿੰਗ ਕਿਹੋ ਜਿਹੀ ਹੈ। ਕੀ ਸੀ ਉਹਦੇ ਵਿੱਚ? ਜੈਕਟ ਸੀ, ਟਰਾਊਜ਼ਰ ਯਾਨੀ ਕਿ ਪੈਂਟ ਸੀ, ਤੇ ਵੈਸਟ ਹੁੰਦਾ। ਵੈਸੇ ਤਾਂ ਵੈਸਟ ਦਾ ਮਤਲਬ ਹੁੰਦਾ ਬਨੈਨ, ਪਰ ਤੁਸੀਂ ਐਸ ਕਹਿ ਸਕਦੇ ਹੋ ਵੀ ਜਿਵੇਂ ਆਪਣੀ ਸ਼ਰਟ ਹੁੰਦੀ ਹੈ ਅੰਦਰ ਜਿਹੜੀ ਆਪਾਂ ਜੈਕਟ ਦੇ ਪਾਉਂਦੇ ਹਾਂ। ਤੇ ਉਹਨੇ ਟਰਾਈ ਕੀਤਾ ਇਨ ਫਰੰਟ ਆਫ ਅ ਮਿਰਰ, ਸ਼ੀਸ਼ੇ ਅੱਗੇ ਜਾ ਕੇ ਉਹਨੇ ਕੱਪੜੇ ਟਰਾਈ ਕੀਤੇ। ਇਟ ਵਾਜ਼ ਅ ਮਾਸਟਰਪੀਸ। ਮਤਲਬ ਐਵੇਂ ਕੋ ਪੂਰੀ ਫਿਟਿੰਗ ਵਾਲਾ ਇੱਕਦਮ ਵਧੀਆ ਪੀਸ ਬਣਾਇਆ ਸੀ। ਯੈਟ ਆਈ ਡੋਂਟ ਨੋ ਵਾਈ ਆਈ ਡਿਡਨਟ ਫੀਲ ਲਾਈਕ ਵੇਅਰਿੰਗ ਇਟ। ਹਾਲਾਂਕਿ ਇੰਨਾ ਵਧੀਆ ਸੂਟ ਸਿਲਿਆ ਸੀ, ਫਿਰ ਵੀ ਪਤਾ ਨਹੀਂ ਕਿਉਂ ਮੈਨੂੰ ਇਸ ਨੂੰ ਪਾਉਣ ਦਾ ਮਨ ਨਹੀਂ ਕਰ ਰਿਹਾ ਸੀ, ਚਿੱਤ ਨਹੀਂ ਕਰ ਰਿਹਾ ਸੀ। ਐਂਡ ਵੀਕਸ ਪਾਸਡ ਬਾਏ। ਤੇ ਹਫ਼ਤੇ ਲੰਘ ਗਏ ਬਿਫੋਰ ਆਈ ਡਿਸਾਈਡਡ ਟੂ ਵੇਅਰ ਇਟ। ਜਦ ਮੈਂ ਇਹ ਸੋਚਿਆ ਵੀ ਚਲੋ ਹੁਣ ਇਹਨੂੰ ਪਾ ਲੈਂਦੇ ਹਾਂ। ਦੈਟ ਡੇ ਆਈ ਸ਼ੈਲ ਨੈਵਰ ਫੋਰਗੈਟ। ਤੇ ਉਹ ਕਹਿੰਦਾ ਜਿਸ ਦਿਨ ਮੈਂ ਇਸ ਸੂਟ ਨੂੰ ਪਾਇਆ ਉਹ ਦਿਨ ਤਾਂ ਮੈਂ ਕਦੇ ਭੁੱਲਾਂਗਾ ਹੀ ਨਹੀਂ।
It was a Tuesday in April and it was raining. April ਵਿੱਚ ਇੱਕ ਮੰਗਲਵਾਰ ਦਾ ਦਿਨ ਸੀ ਤੇ ਮੀਂਹ ਪੈ ਰਿਹਾ ਸੀ. When I wore the suit, I was pleased because it fitted me well. ਤੇ ਇੰਨੀ ਦੇਰ ਬਾਅਦ ਵੀ ਜਦ ਮੈਂ ਸੂਟ ਪਾਇਆ ਤੇ ਮੈਂ ਬਹੁਤ ਖੁਸ਼ ਹੋਇਆ. ਪਲੀਜ਼ ਦਾ ਮਤਲਬ ਖੁਸ਼ ਹੋਣਾ, ਕਿਉਂਕਿ ਪੂਰੀ ਫਿਟਿੰਗ ਆ ਰਹੀ ਸੀ ਸੂਟ ਦੀ. As a rule, I don't put anything in the right jacket pocket. ਉਹ ਕਹਿੰਦਾ ਇੱਕ ਨਿਯਮ ਹੈਗਾ ਮੇਰਾ, ਉਹ ਮੈਂ ਅਪਣਾਉਂਦਾ ਕਿ ਮੈਂ ਆਪਣੇ ਸੱਜੇ ਜੈਕਟ ਜਾਂ ਆਪਣੀ ਜੇਬ ਦੇ ਵਿੱਚ ਸੱਜੇ ਪਾਸੇ ਕੁਝ ਵੀ ਨਹੀਂ ਰੱਖਦਾ, ਕੁਝ ਵੀ ਨਹੀਂ ਪਾਉਂਦਾ. In the left one, I keep my card. ਤੇ ਮੈਂ ਖੱਬੇ ਪਾਸੇ ਆਪਣਾ ਕਾਰਡ ਰੱਖਦਾ. After a few hours at the office, I just put my hand into the right pocket. ਤੇ ਉਹ ਕਹਿੰਦਾ ਵੀ ਮੈਂ ਕੁਝ ਘੰਟਿਆਂ ਬਾਅਦ ਦਫ਼ਤਰ ਵਿੱਚ ਜਦ ਬੈਠਾ ਸੀ ਤੇ ਮੈਂ ਆਪਣਾ ਹੱਥ ਉਂਝ ਹੀ ਜਿਹੜੀ ਸੱਜੀ ਜੇਬ ਸੀ ਉਸ ਦੇ ਵਿੱਚ ਪਾਇਆ. I noticed there was a piece of paper inside it. ਤੇ ਮੈਂ ਦੇਖਿਆ ਕਿ ਉਸ ਦੇ ਅੰਦਰ ਇੱਕ ਕਾਗਜ਼ ਦਾ ਟੁਕੜਾ ਸੀ. Was it the tailor's bill? ਕਿ ਉਹ ਦਰਜੀ ਦਾ ਬਿੱਲ ਸੀ. ਮੈਨੂੰ ਲੱਗਿਆ ਸ਼ਾਇਦ ਉਹਨੇ ਬਿੱਲ ਉਹਦੇ ਵਿੱਚ ਹੀ ਪਾਤਾ. No! It was a 10,000 lire note. ਇਹ ਦੂਜੀ ਕੰਟਰੀ ਦੀ ਕਰੰਸੀ ਹੈ. ਉਹ ਕਹਿੰਦਾ ਨਹੀਂ, ਇਹ ਤਾਂ 10,000 ਲੇਰੇ ਦਾ ਨੋਟ ਸੀ. I was astonished. ਮੈਂ ਹੈਰਾਨ ਰਹਿ ਗਿਆ. I certainly had not put it there. ਮੈਂ ਤਾਂ ਯਕੀਨੀ ਤੌਰ ਤੇ ਕਹਿ ਸਕਦਾ ਕਿ ਮੈਂ ਤਾਂ ਨਹੀਂ ਉੱਥੇ ਰੱਖਿਆ ਸੀ. I looked at the note carefully. ਮੈਂ ਉਸ ਨੋਟ ਨੂੰ ਧਿਆਨ ਨਾਲ ਦੇਖਿਆ. Was it a counterfeit note? ਕਿ ਉਹ ਇੱਕ ਕਾਊਂਟਰਫੀਟ ਦਾ ਮਤਲਬ ਹੁੰਦਾ ਹੈ ਨਕਲੀ ਨੋਟ ਤਾਂ ਨਹੀਂ ਸੀ. I looked at it in the light. ਤੇ ਫਿਰ ਮੈਂ ਰੋਸ਼ਨੀ ਵੱਲ ਉਸ ਨੂੰ ਕਰਕੇ ਨਾ ਦੇਖਿਆ ਜਿਵੇਂ ਆਪਾਂ ਚੈੱਕ ਕਰਦੇ ਆ ਨੋਟ ਨੂੰ. I compared it with the other ones. ਤੇ ਫਿਰ ਮੈਂ ਉਹਨੂੰ ਕੰਪੇਅਰ ਕੀਤਾ, ਦੇਖਿਆ ਅਸਲੀ ਨੋਟਾਂ ਦੇ ਨਾਲ ਵੀ ਕੋਈ ਫਰਕ ਤਾਂ ਨਹੀਂ ਹੈ. ਮੈਨੂੰ ਹੀ ਭੁਲੇਖਾ ਪੈ ਰਿਹਾ ਵੀ ਇਹ ਅਸਲੀ ਨੋਟ ਹੈ. There was no difference. ਕੋਈ ਫਰਕ ਨਹੀਂ ਸੀ. I thought it must be Corticella's. ਤੇ ਮੈਨੂੰ ਇਹ ਲੱਗਿਆ ਵੀ ਉਹ ਜਿਹੜਾ ਟੇਲਰ ਸੀ ਇਹ ਉਹਦੇ ਪੈਸੇ ਹੋਣਗੇ. Perhaps a customer had come to make a payment. ਹੋ ਸਕਦਾ ਹੈ ਵੀ ਗਾਹਕ ਆਇਆ ਹੋਏ ਪੇਮੈਂਟ ਦੇਣ ਦੇ ਲਈ. The tailor did not have his wallet with him. ਤੇ ਦਰਜੀ ਕੋਲ ਉਸਦਾ ਬਟੂਆ ਨਾ ਹੋਏ ਉਸ ਵੇਲੇ. Just then, so he slipped the money into my jacket, which might be hanging nearby. ਤੇ ਜਦ ਉਹਨੂੰ ਪੈਸੇ ਦੇਣ ਕੋਈ ਗਾਹਕ ਆਇਆ ਹੋਏਗਾ, ਹੋ ਸਕਦਾ ਉਹਦਾ ਬਟੂਆ ਉਹਦੇ ਕੋਲ ਨਾ ਹੋਏ ਤੇ ਮੇਰੀ ਜੈਕਟ ਕੋਲੇ ਪਈ ਹੋਏ ਤੇ ਉਹਨੇ ਉਹਦੇ ਵਿੱਚ ਇਹ ਨੋਟ ਪਾ ਦਿੱਤਾ ਹੋਏ. These things happen. ਇਹ ਆਮ ਤੌਰ ਤੇ ਹੋਣ ਵਾਲੀਆਂ, ਵਾਪਰਨ ਵਾਲੀਆਂ ਚੀਜ਼ਾਂ ਨੇ. I rang up my secretary. ਤੇ ਮੈਂ ਆਪਣੀ ਸੈਕਟਰੀ ਨੂੰ ਫੋਨ ਕੀਤਾ ਜਿਹੜੇ ਮੇਰੇ ਅਧੀਨ ਕੰਮ ਕਰ ਰਹੇ ਸੀ. I wanted to write a letter to Corticella to return the money that was not mine. ਤੇ ਮੈਂ ਕੋਟੀਸੈਲਾ ਨੂੰ ਇੱਕ ਪੱਤਰ ਲਿਖਣ ਦਾ ਸੋਚਿਆ, ਲਿਖਣਾ ਚਾਹੁੰਦਾ ਸੀ ਕਿ ਉਹ ਪੈਸੇ ਵਾਪਸ ਕਰ ਸਕਾਂ ਮੈਂ ਜੋ ਮੇਰੇ ਨਹੀਂ ਸੀ. Yet. ਫਿਰ ਉਹ ਕਹਿੰਦਾ ਫਿਰ ਵੀ, and I can't say why I did it, I slipped my hand into the pocket again. ਜਦ ਮੈਂ ਸੋਚਿਆ ਵੀ ਮੈਂ ਚਿੱਠੀ ਲਿਖ ਦਿੰਦਾ, ਪਰ ਮੈਨੂੰ ਵੀ ਨਹੀਂ ਪਤਾ ਕਿ ਕਿਉਂ ਮੈਂ ਫੇਰ ਤੋਂ ਆਪਣਾ ਹੱਥ ਉਸ ਜੇਬ ਦੇ ਵਿੱਚ ਪਾਇਆ. Is there anything wrong, sir? ਤੇ ਮੇਰੀ ਸੈਕਟਰੀ ਉੱਥੇ ਖੜੀ ਸੀ ਤੇ ਮੈਂ ਇੱਥੇ ਸੀ ਤੇ ਉਹ ਕਹਿੰਦੀ ਕਿ ਸਰ ਕੁਝ ਗਲਤ ਹੈ, ਕੁਝ ਗੜਬੜ ਹੈਗੀ ਹੈ. Do you feel ill? ਕਿ ਤੁਸੀਂ ਬਿਮਾਰ ਹੈਗੇ ਹੋ? Asked my secretary. ਸੈਕਟਰੀ ਨੇ ਪੁੱਛਿਆ. I might have turned pale as death. ਉਹ ਕਹਿੰਦਾ ਹੋ ਸਕਦਾ ਉਹਨੇ ਮੇਰੀ ਸ਼ਕਲ ਤੇ ਦੇਖ ਲਿਆ ਹੋਏ ਵੀ ਮੇਰਾ ਜਿਹੜਾ ਰੰਗ ਹੈ ਉਹ ਉੜ ਗਿਆ, ਜਿਵੇਂ ਕਿਸੇ ਮਰੇ ਹੋਏ ਇਨਸਾਨ ਦਾ ਰੰਗ ਨਹੀਂ ਉੜ ਜਾਂਦਾ, ਹੋ ਸਕਦਾ ਮੇਰੀ ਸ਼ਕਲ ਤੇ ਆ ਗਿਆ ਹੋਏ. ਕਿਉਂ ਆਇਆ ਸੀ ਇੱਦਾਂ ਦਾ ਰੰਗ? In my pocket, my fingers touched another piece of paper. ਕਿਉਂਕਿ ਜਦ ਮੈਂ ਫੇਰ ਆਪਣਾ ਹੱਥ ਪਾਇਆ ਸੀ ਜੇਬ ਦੇ ਵਿੱਚ, ਮੇਰੀਆਂ ਉਂਗਲਾਂ ਨੇ ਇੱਕ ਕਾਗਜ਼ ਦੇ ਟੁਕੜੇ ਨੂੰ ਫੇਰ ਛੂਇਆ ਸੀ. Which had not been there a few minutes before. ਜੋ ਕਿ ਕੁਝ ਮਿੰਟ ਪਹਿਲੇ ਉੱਥੇ ਨਹੀਂ ਸੀ. No, it's nothing, I said with a little dizziness. ਉਹ ਕਹਿੰਦਾ ਨਹੀਂ ਕੋਈ ਗੱਲ ਨਹੀਂ ਹੈ,
ਡਿਜ਼ੀਨੈਸ ਮਤਲਬ ਬੰਦਾ ਐਵੇਂ ਐਕਟਿੰਗ ਕਰੇ ਵੀ ਮੇਰਾ ਸਰ ਚਕਰਾ ਰਿਹਾ ਹੈ, ਤੇ ਇਹ ਜੀ ਕੋਈ ਗੱਲ ਨਹੀਂ ਹੈ। ਇਟ ਹੈਪਨਸ ਟੂ ਮੀ ਸਮਟਾਈਮਸ, ਤੇ ਲੇਖਕ ਕਹਿੰਦਾ ਹੁੰਦਾ ਹੈ ਮੇਰੇ ਨਾਲ ਕਈ ਵਾਰ। ਮੇ ਬੀ ਆਈ ਐਮ ਲਿਟਲ ਟਾਇਰਡ, ਹੋ ਸਕਦਾ ਹੈ ਮੈਂ ਥੱਕਿਆ ਹੋਇਆ ਹਾਂ ਤੇ ਮੇਰੀ ਸ਼ਕਲ ਤੇ ਆ ਰਿਹਾ। ਯੂ ਕੈਨ ਗੋ ਨਾਓ ਡੀਅਰ, ਤੇ ਉਹ ਕਹਿੰਦਾ ਸੈਕਟਰੀ ਨੂੰ ਵੀ ਤੁਸੀਂ ਹੁਣ ਜਾ ਸਕਦੇ ਹੋ। ਆਈ ਵਾਂਟਡ ਟੂ ਡਿਕਟੇਟ ਅ ਲੈਟਰ, ਉਹ ਕਹਿੰਦਾ ਮੈਂ ਉਹਨੂੰ ਬੁਲਾਇਆ ਸੀ ਕਿ ਮੈਂ ਉਦੋਂ ਪੱਤਰ ਤੇ ਕੀ ਲਿਖਣਾ ਹੈ, ਚਿੱਠੀ ਤੇ ਕੀ ਲਿਖਣਾ ਹੈ, ਉਹ ਡਿਕਟੇਟ ਕਰ ਸਕਾਂ, ਉਹ ਦੱਸ ਸਕਾਂ। ਬਟ ਵਿਲ ਡੂ ਇਟ ਲੇਟਰ, ਉਹ ਕਹਿੰਦਾ ਆਪਾਂ ਇਹ ਕੰਮ ਬਾਅਦ ਚ ਕਰ ਲਾਂਗੇ। ਓਨਲੀ ਆਫਟਰ ਮਾਈ ਸੈਕਟਰੀ ਲੈਫਟ ਆਈ ਟੁੱਕ ਆਊਟ ਦ ਪੀਸ ਆਫ ਪੇਪਰ ਫਰਮ ਮਾਈ ਪੋਕਟ, ਉਹ ਕਹਿੰਦਾ ਜਦ ਇਹ ਪੱਕਾ ਹੋ ਗਿਆ ਵੀ ਮੇਰੀ ਸੈਕਟਰੀ ਚਲੀ ਗਈ, ਉਸ ਤੋਂ ਬਾਅਦ ਹੀ ਮੈਂ ਜੋ ਪੇਪਰ ਸੀ ਉਹ ਆਪਣੀ ਜੇਬ ਤੋਂ ਬਾਹਰ ਕੱਢਿਆ। ਇਟ ਵਾਜ਼ ਅਨਦਰ 10,000 ਲੇਰੇ ਨੋਟ, ਉਹ ਕਹਿੰਦਾ ਇਹ ਤਾਂ ਦੂਜਾ ਨੋਟ ਮਿਲ ਗਿਆ ਮੈਨੂੰ 10,000 ਦਾ। ਦੈਨ ਆਈ ਟਰਾਈਡ ਦ ਥਰਡ ਟਾਈਮ, ਉਹ ਕਹਿੰਦਾ ਫਿਰ ਮੈਂ ਤੀਜੀ ਵਾਰ ਟਰਾਈ ਕੀਤਾ। ਐਂਡ ਅ ਥਰਡ ਬੈਂਕ ਨੋਟ ਕੇਮ ਆਊਟ, ਤੇ ਤੀਜੀ ਵਾਰ ਵੀ ਇੱਕ ਹੋਰ ਨੋਟ ਨਿਕਲ ਆਇਆ। ਮਾਈ ਹਾਰਟ ਬਿਗੈਨ ਟੂ ਰੇਸ, ਤੇ ਮੇਰਾ ਜਿਹੜਾ ਦਿਲ ਹੈ ਉਹ ਬਹੁਤ ਜ਼ੋਰ ਜ਼ੋਰ ਦੇ ਦੌੜਨ ਲੱਗ ਪਿਆ। ਰੇਸ ਦਾ ਮਤਲਬ ਧੜਕਣ ਲੱਗ ਪਿਆ। ਇਟ ਵਾਜ਼ ਸਮਥਿੰਗ ਮਿਸਟੀਰੀਅਸ, ਤੇ ਮੈਨੂੰ ਇੰਜ ਲੱਗ ਰਿਹਾ ਸੀ ਵੀ ਕੁਝ ਗੜਬੜ ਹੈਗੀ ਹੈ, ਕੁਝ ਸਮੱਸਿਆ ਹੈਗੀ ਹੈ, ਸਮਝ ਨਹੀਂ ਆ ਰਿਹਾ ਸੀ ਵੀ ਕੀ ਹੈਗਾ, ਉਲਝਣ ਤਾਂ ਹੈਗੀ ਹੈ ਪਰ ਕੀ ਹੈਗੀ ਹੈ। ਜਸਟ ਲਾਈਕ ਅ ਫੇਰੀ ਟੇਲ, ਡਿਫਿਕਲਟ ਟੂ ਬਿਲੀਵ, ਜਿਵੇਂ ਪਰੀਆਂ ਦੀ ਕਹਾਣੀ ਨਹੀਂ ਹੁੰਦੀ ਜਿਹਦੇ ਤੇ ਆਪਾਂ ਵਿਸ਼ਵਾਸ ਨਹੀਂ ਕਰ ਸਕਦੇ, ਵਿਸ਼ਵਾਸ ਕਰਨਾ ਮੁਸ਼ਕਲ ਹੋ ਜਾਂਦਾ ਹੈ, ਉੱਦਾਂ ਦਾ ਹੀ ਕੁਝ ਰਹੱਸਮਈ ਹੋਇਆ ਸੀ। ਆਈ ਲੈਫਟ ਦ ਆਫਿਸ ਐਂਡ ਵੈਂਟ ਹੋਮ, ਉਸ ਤੋਂ ਬਾਅਦ ਮੈਂ ਆਫਿਸ ਤੋਂ ਨਿਕਲਿਆ ਤੇ ਆਪਣੇ ਘਰ ਚਲਾ ਗਿਆ। ਆਈ ਵਾਂਟਡ ਟੂ ਬੀ ਅਲੋਨ, ਮੈਂ ਇਕੱਲਾ ਰਹਿਣਾ ਚਾਹੁੰਦਾ ਸੀ। ਲਕੀਲੀ ਮਾਈ ਮੇਡ ਹੈਡ ਆਲਰੇਡੀ ਗੋਨ, ਤੇ ਖੁਸ਼ਕਿਸਮਤੀ ਨਾਲ ਮੇਰੀ ਜੋ ਮੇਡ ਸੀ, ਮੇਰੇ ਘਰੇ ਜੋ ਕੰਮ ਕਰਦੀ ਸੀ, ਉਹ ਪਹਿਲਾਂ ਹੀ ਚਲੀ ਗਈ ਸੀ। ਆਈ ਸ਼ਟ ਦ ਡੋਰਸ ਐਂਡ ਲੋਅਰਡ ਦ ਬਲਾਈਂਡਸ, ਮੈਂ ਦਰਵਾਜ਼ੇ ਬੰਦ ਕਰ ਦਿੱਤੇ ਤੇ ਖਿੜਕੀਆਂ ਤੇ ਇੱਦਾਂ ਕਰਕੇ, ਤੁਸੀਂ ਦੇਖਿਆ ਹੋਣਾ ਪਰਦਾ ਹੁੰਦਾ ਜਿਹਨੂੰ ਆਪਾਂ ਉੱਤੇ ਵੀ ਖਿੱਚ ਸਕਦੇ ਹਾਂ, ਨੀਚੇ ਵੀ ਕਰ ਸਕਦੇ ਹਾਂ। ਉਹ ਕਹਿੰਦਾ ਮੈਂ ਇਹ ਬਲਾਈਂਡਸ ਜਿਹੜੇ ਸੀ ਤਾਂ ਕਿ ਹਨੇਰਾ ਹੋ ਜੇ, ਥੱਲੇ ਨੂੰ ਕਰਤੇ। ਆਈ ਬਿਗੈਨ ਟੂ ਟੇਕ ਆਊਟ ਦ ਨੋਟਸ ਵਨ ਆਫਟਰ ਅਨਦਰ, ਤੇ ਮੈਂ ਇੱਕ ਤੋਂ ਬਾਅਦ ਇੱਕ ਜੇਬ ਵਿੱਚ ਹੱਥ ਪਾ ਕੇ ਨੋਟ ਬਾਹਰ ਕੱਢਣੇ ਸ਼ੁਰੂ ਕਰਤੇ, ਵੈਰੀ ਕੁਇਕਲੀ, ਬਹੁਤ ਤੇਜ਼ੀ ਨਾਲ। ਮਾਈ ਪੋਕਟ ਵਾਜ਼ ਨੈਵਰ ਐਮਟੀ, ਤੇ ਮੇਰੀ ਜੇਬ ਤਾਂ ਖਤਮ ਹੋਣ ਦਾ ਨਾਮ ਹੀ ਨਹੀਂ ਲੈ ਰਹੀ ਸੀ। ਆਈ ਵਾਰ ਮੈਂ ਹੱਥ ਪਾਉਂਦਾ ਉਹਦੇ ਵਿੱਚ ਨੋਟ ਨਿਕਲਦਾ, ਫਿਰ ਹੱਥ ਪਾਉਂਦਾ ਫਿਰ ਨੋਟ ਨਿਕਲਦਾ। ਆਈ ਡਿਡ ਇਟ ਅਗੇਨ ਐਂਡ ਅਗੇਨ, ਤੇ ਮੈਂ ਇਹ ਬਾਰ-ਬਾਰ ਕਰੀ ਜਾ ਰਿਹਾ ਸੀ। ਵਿਦ ਅ ਫੀਅਰ that the miracle may end any time, ਪਰ ਮੇਰੇ ਦਿਲ ਵਿੱਚ ਇਹ ਡਰ ਵੀ ਸੀ ਵੀ ਹੋ ਸਕਦਾ ਹੈ ਇਹ ਚਮਤਕਾਰ ਕਦੇ ਵੀ ਰੁਕ ਜਾਏ, ਖਤਮ ਹੋ ਜਾਏ। I wanted to continue day and night until I had billions, ਉਹ ਕਹਿੰਦਾ ਮੈਂ ਇਹ ਜੇਬ ਵਿੱਚ ਹੱਥ ਪਾਣਾ, ਕੱਢਣਾ ਨੋਟ, ਇਹ ਦਿਨ ਰਾਤ ਜਾਰੀ ਰੱਖਣਾ ਚਾਹੁੰਦਾ ਸੀ ਜਦੋਂ ਤੱਕ ਮੇਰੇ ਕੋਲ ਅਰਬਾਂ ਪੈਸੇ ਨਾ ਆ ਜਾਣ। ਬਟ at a certain point the flow diminished, ਪਰ ਉਹ ਕਹਿੰਦਾ ਕੁਝ ਸਮੇਂ ਬਾਅਦ ਇਹ ਜਿਹੜਾ ਫਲੋ ਸੀ ਪੈਸੇ ਦਾ, ਜਿਹੜੇ ਮੈਂ ਪੈਸੇ ਕੱਢ ਰਿਹਾ ਸੀ, ਇਹ ਸਭ ਖਤਮ ਹੋ ਗਿਆ। there was a heap of notes before me, heap ਯਾਨੀ ਕਿ ਇੱਕ ਗੱਡੀ ਬਣ ਗਈ ਸੀ ਨੋਟਾਂ ਦੀ ਮੇਰੇ ਸਾਹਮਣੇ, ਇੱਕ ਢੇਰ ਆ ਗਿਆ ਸੀ ਨੋਟਾਂ ਦਾ। the important thing was to hide them, ਤੇ ਸਭ ਤੋਂ ਮਹੱਤਵਪੂਰਨ ਜ਼ਰੂਰੀ ਗੱਲ ਇਹ ਸੀ ਕਿ ਇਹਨਾਂ ਨੂੰ ਛੁਪਾਇਆ ਜਾਏ, ਲੁਕਾਇਆ ਜਾਏ ਨੋਟਾਂ ਨੂੰ, ਸੋ ਦੈਟ no one might get wind of it, ਯਾਨੀ ਕਿ ਕਿਸੇ ਨੂੰ ਵੀ ਇਹਦੀ ਹਵਾ ਨਾ ਲੱਗੇ, ਪਤਾ ਨਾ ਲੱਗੇ। I emptied an old trunk full of rugs, rugs ਹੁੰਦਾ ਜਿਵੇਂ ਦਰੀਆਂ, ਉਹਦੇ ਵਿੱਚ ਪਈਆਂ ਸਨ, ਤੇ ਮੈਂ ਟਰੰਕ ਖਾਲੀ ਕੀਤਾ। and put the money, ਤੇ ਉਹਦੇ ਵਿੱਚ ਪੈਸੇ ਪਾਤੇ। arranged in many piles at the bottom, ਤੇ ਇਹ ਮੰਨ ਲਓ ਟਰੰਕ ਹੈਗਾ, ਉਹਦੇ ਵਿੱਚ ਐਵੇਂ ਕਰਕੇ ਮੈਂ ਨੋਟਸ ਜਿਹੜੇ ਸੀ ਸਾਰੇ ਦੇ ਸਾਰੇ ਪੈਸੇ ਅਰੇਂਜ ਕਰਤੇ, ਉਹਦੇ ਵਿੱਚੋਂ ਦਰੀਆਂ ਕੱਢ ਕੇ, ਆ ਦੇਖੋ ਐਵੇਂ, ਠੀਕ ਹੈ। ਅੱਗੇ ਚੱਲਦੇ ਹਾਂ, ਤੇ ਜਿਹੜੀ ਪਾਇਲ ਸੀ ਉਹ ਥੱਲੇ, ਮਤਲਬ ਥੱਲੇ ਜਿਵੇਂ ਆਪਾਂ ਪੈਸੇ ਛਪਾ ਕੇ ਥੱਲੇ ਵੱਲ ਨੂੰ ਨਹੀਂ ਰੱਖ ਦਿੰਦੇ, ਉਹਨੇ ਵੀ
ਹੇਠਾਂ ਰੱਖ ਦਿੱਤੇ ਉਸ ਦੇ ਵਿੱਚ। ਅੱਗੇ then I slowly began counting, ਤੇ ਫਿਰ ਮੈंने ਗਿਣਤੀ ਕਰਨੀ ਸ਼ੁਰੂ ਕਰਤੀ ਵੀ ਕਿੰਨੇ ਨੋਟ ਹੈਗੇ ਨੇ। there were 58 million lire, ਤੇ ਉਹ ਕਹਿੰਦਾ 58 ਮਿਲੀਅਨ ਲਹਿਰੇ ਮਤਲਬ ਇੰਨੇ ਪੈਸੇ ਸੀ। ਇਹ ਇੱਕ ਕਰੰਸੀ ਹੈ ਜਿਹੜੀ ਇਟਲੀ ਦੇ ਵਿੱਚ ਯੂਜ਼ ਹੁੰਦੀ ਹੈ, ਇੰਨੇ ਪੈਸੇ ਸੀ। ਫਿਰ ਕੀ ਹੁੰਦਾ, ਉਹ ਸੋ ਜਾਂਦਾ। ਆਈ ਵੋਕ ਅਪ ਦ ਨੈਕਸਟ ਮੋਰਨਿੰਗ ਆਫਟਰ ਦ ਮੇਡ ਅਰਾਈਵਡ, ਉਹ ਕਹਿੰਦਾ ਮੈਂ ਅਗਲੀ ਸਵੇਰ ਤਦ ਉੱਠਿਆ ਜਦ ਮੇਰੀ ਜੋ ਕੰਮ ਕਰਨ ਆਉਂਦੀ ਹੈ ਲੇਡੀ ਉਹ ਘਰੇ ਆ ਗਈ ਸੀ। ਸ਼ੀ ਵਾਜ਼ ਅਮੇਜ਼ਡ ਟੂ ਸੀ ਮੀ ਇਨ ਬੈਡ ਵੇਅਰਿੰਗ ਅ ਸੂਟ, ਤੇ ਉਹ ਮੈਨੂੰ ਸੂਟ ਪਾਏ ਬਿਸਤਰ ਤੇ ਦੇਖ ਕੇ ਵੀ ਮੈਂ ਉੱਦਾਂ ਹੀ ਸੋ ਗਿਆ ਸੂਟ ਪਾ ਕੇ, ਬੜੀ ਹੈਰਾਨ ਹੋਈ। ਆਈ ਟਰਾਈਡ ਟੂ ਲਾਫ, ਮੈਂ ਥੋੜਾ ਹੱਸਣ ਦੀ ਕੋਸ਼ਿਸ਼ ਕੀਤੀ, ਐਕਸਪਲੇਨਿੰਗ that I had drunk a little too much the night before, ਤੇ ਉਹ ਕਹਿੰਦਾ ਮੈਂ ਹੱਸੀ ਮਖੌਲ ਦੇ ਵਿੱਚ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਮੈਂ ਪਿਛਲੀ ਰਾਤ ਥੋੜਾ ਜ਼ਿਆਦਾ ਦਾਰੂ ਪੀ ਲਈ ਸੀ। The maid asked me to take off the suit, ਤੇ ਉਹਨੇ ਮੇਡ ਨੇ ਜਿਹੜੀ ਮੇਰੇ ਕੰਮ ਕਰਦੀ ਸੀ ਉਹਨੇ ਮੈਨੂੰ ਕਿਹਾ ਵੀ ਤੁਸੀਂ ਸੂਟ ਉਤਾਰ ਦਿਓ so that at least she could give it a brushing, ਤਾਂ ਕਿ ਉਹ ਉਹਨੂੰ ਥੋੜਾ ਸਾਫ਼ ਕਰਕੇ ਰੱਖ ਦੇ ਵਾਪਸ ਅਲਮਾਰੀ ਦੇ ਵਿੱਚ। I answered that I had to go out immediately, ਪਰ ਉਹ ਕਹਿੰਦਾ ਮੈਂ ਜਵਾਬ ਇੱਕਦਮ ਤੁਰੰਤ ਦੇ ਦਿੱਤਾ ਵੀ ਮੈਂ ਹੁਣੇ ਬਾਹਰ ਜਾਣਾ ਹੈ, ਮੈਂ ਹੁਣ ਸੂਟ ਨਹੀਂ ਬਦਲ ਸਕਦਾ and didn't have time to change, ਵੀ ਮੇਰੇ ਕੋਲ ਸੂਟ ਬਦਲਣ ਦਾ ਟਾਈਮ ਨਹੀਂ ਹੈ। Then hurriedly I went to a store selling ready to wear clothes, ਤੇ ਉਹ ਕਹਿੰਦਾ ਵੀ ਮੈਂ ਫਿਰ ਕਾਲੀ ਕਾਲੀ ਵਿੱਚ ਇੱਕ ਸਟੋਰ ਗਿਆ ਜਿੱਥੇ ਰੈਡੀਮੇਡ ਮਤਲਬ ਇੱਕਦਮ ਬਣੇ ਹੋਏ ਸੂਟ ਮਿਲਦੇ ਨੇ, ਤੇ ਮੈਂ ਉੱਥੇ ਜਾ ਕੇ ਕਿਉਂ ਗਿਆ ਟੂ ਬਾਈ ਅਨਦਰ ਸੂਟ ਆਫ ਦ ਸੇਮ ਕਾਈਂਡ, ਤਾਂ ਕਿ ਮੈਂ ਆਪਣੇ ਸੂਟ ਵਰਗਾ ਇੱਕ ਹੋਰ ਸੂਟ ਖਰੀਦ ਸਕਾਂ। I would leave this one in the maid's care, ਤੇ ਉਹ ਕਹਿੰਦਾ ਵੀ ਦੂਜਾ ਜਿਹੜਾ ਸੂਟ ਹੋਏਗਾ ਉਹ ਮੈਂ ਮੇਡ ਨੂੰ ਦੇ ਦਾਂਗਾ ਵੀ ਉਹਨੂੰ ਇਹ ਨਾ ਲੱਗੇ ਵੀ ਇਹ ਵਾਲਾ ਸੂਟ ਕਿਉਂ ਨਹੀਂ ਦੇ ਰਿਹਾ ਹੈ ਨਾ, ਕਿਉਂ ਪ੍ਰੋਬਲਮ ਕ੍ਰੀਏਟ ਕਰਨੀ। ਫਿਰ ਉਹ ਕਹਿੰਦਾ ਮਾਈਨ ਆ ਜਿਹੜਾ ਅਸਲੀ ਵਾਲਾ ਜਿਹਦੇ ਵਿੱਚੋਂ ਨੋਟ ਨਿਕਲ ਰਹੇ ਨੇ I would hide in a safe place, ਤੇ ਇਸ ਨੂੰ ਮੈਂ ਇੱਕ ਸੁਰੱਖਿਅਤ ਥਾਂ ਤੇ ਜਗ੍ਹਾ ਤੇ ਲੁਕੋ ਦਾਂਗਾ। I didn't know whether I was living in a dream, ਪਤਾ ਨਹੀਂ ਲੱਗ ਰਿਹਾ ਸੀ ਉਹਨੂੰ ਕਿ ਉਹ ਸੁਪਨਾ ਤਾਂ ਨਹੀਂ ਲੈ ਰਿਹਾ। On the street I was continually feeling my pocket through my raincoat, ਤੇ ਉਹ ਕਹਿੰਦਾ ਰਸਤੇ ਦੇ ਵਿੱਚ ਜਦ ਮੈਂ ਸੜਕ ਤੇ ਸੀ ਤਾਂ ਲਗਾਤਾਰ ਮੈਂ ਆਪਣੇ ਰੇਨਕੋਟ ਪਾਇਆ ਹੋਇਆ ਸੀ ਪਰ ਉਹਦੇ ਵਿੱਚੋਂ ਵੀ ਹੱਥ ਪਾ ਪਾ ਕੇ ਆਪਣੀ ਜੇਬ ਦੇ ਵਿੱਚ ਮੈਂ ਚੈੱਕ ਕਰ ਰਿਹਾ ਸੀ। Each time I breathed a sigh of relief, ਐਵੇਂ ਕਰਕੇ ਜਦ ਆਪਾਂ ਸਾਹ ਲੈਂਦੇ ਹਾਂ ਤੇ ਹਰ ਵਾਰ ਜਦ ਉਹਦਾ ਹੱਥ ਪੈਂਦਾ ਸੀ ਉਹਨੂੰ ਸੁੱਖ ਦਾ ਸਾਹ ਆਉਂਦਾ ਸੀ। I could feel the paper money, ਕਿਉਂ ਸੁੱਖ ਦਾ ਸਾਹ ਆਉਂਦਾ ਸੀ ਕਿਉਂਕਿ ਉਹ ਮਹਿਸੂਸ ਕਰ ਸਕਦਾ ਸੀ ਕਰੰਸੀ ਨੂੰ। ਫਿਰ but an incident dampened my joy, ਇੱਕ ਘਟਨਾ ਹੋਈ ਜਿਸ ਨੇ ਮੇਰੀ ਖੁਸ਼ੀ ਨੂੰ ਘਟਾ ਦਿੱਤਾ। ਇੱਥੇ ਵੈਸੇ ਡੈਂਪਨ ਦਾ ਮਤਲਬ ਹੁੰਦਾ ਹੈ ਕਿਸੇ ਚੀਜ਼ ਨੂੰ ਖਤਮ ਕਰ ਦੇਣਾ, ਡਲ ਕਰ ਦੇਣਾ ਜਾਂ ਇਮੋਸ਼ਨਸ ਨੂੰ ਕਿਰਕਿਰਾ ਜਿਹਾ ਕਰ ਦੇਣਾ, ਘਟਾ ਦੇਣਾ। There was news of a bank robbery in the morning papers, ਕਿਉਂ ਉਹਦਾ ਮਨ ਜਿਹੜਾ ਸੀ ਜਾਂ ਉਹਦਾ ਚਿੱਤ ਥੋੜਾ ਕਿਰਕਿਰਾ ਜਿਹਾ ਹੋ ਗਿਆ ਸੀ ਮਜ਼ਾ, ਕਿਉਂਕਿ ਸਵੇਰ ਦੇ ਅਖਬਾਰ ਦੇ ਵਿੱਚ ਬੈਂਕ ਲੁੱਟਣ ਦੀ ਖਬਰ ਆਈ ਹੋਈ ਸੀ। A bank's armored car was carrying money to the main office, ਬੈਂਕ ਦੀ ਇੱਕ ਜਿਹੜੀ ਕਾਰ ਹੁੰਦੀ ਹੈ ਜਿਹਦੇ ਵਿੱਚ ਜਿਹੜੇ ਪੈਸੇ ਹੈਗੇ ਨੇ ਇੱਕ ਤੋਂ ਥਾਂ ਤੋਂ ਦੂਜੀ ਥਾਂ ਜਾਂਦੇ ਨੇ, ਜਿਹਨੂੰ ਆਪਾਂ ਆਰਮਰਡ ਕਹਿੰਦੇ ਹਾਂ, ਯਾਨੀ ਕਿ ਬੁਲੇਟ ਪ੍ਰੂਫ ਗੱਡੀ ਹੁੰਦੀ ਹੈ, ਤੁਸੀਂ ਦੇਖਿਆ ਹੋਣਾ ਤਾਲੇ ਲੱਗੇ ਹੁੰਦੇ ਆ, ਉਹ ਪੈਸੇ ਲੈ ਕੇ ਜਾ ਰਹੀ ਸੀ ਮੇਨ ਆਫਿਸ ਤੱਕ। when it was stopped and cleaned out in Ville Pelmenova by 4 criminals, ਜਦ ਉਹਨੂੰ ਰੋਕ ਕੇ ਉਹਦੇ ਵਿੱਚੋਂ ਸਾਰੇ ਪੈਸੇ ਕੱਢ ਲਿੱਤੇ ਗਏ ਕਿੱਥੇ, ਵਿਲੇ ਪੈਲਮਾਨੋਵਾ ਵਿੱਚ। ਕਿਹਨੇ ਕੱਢੇ ਸੀ? 4 ਮੁਜਰਿਮ ਸੀ, ਉਹਨਾਂ ਨੇ ਰੋਕ ਕੇ ਲੁੱਟ ਲਈ ਸੀ ਵੈਨ। As people gathered around the scene, one of the criminals began to shoot and a man was killed,
ਤੇ ਜਦ ਇਹ ਹਾਦਸਾ ਹੋ ਰਿਹਾ ਸੀ, ਜਦੋਂ ਘਟਨਾ ਸਥਲ ਤੇ ਆਲੇ ਦੁਆਲੇ ਲੋਕ ਇਕੱਠੇ ਹੋ ਗਏ ਸੀ, ਤਾਂ ਇੱਕ ਜਿਹੜਾ ਕ੍ਰਿਮੀਨਲ ਸੀ, ਅਪਰਾਧੀ ਸੀ, ਉਹਨੇ ਗੋਲੀ ਚਲਾਈ ਤੇ ਇੱਕ ਵਿਅਕਤੀ ਦੀ ਮੌਤ ਹੋ ਗਈ। ਬਟ above all, the amount of the loot was struck. It was 58 million lire. ਉਹ ਕਹਿੰਦਾ ਜਿਹੜੀ ਅਮਾਊਂਟ ਸੀ, ਕੀਮਤ ਸੀ, ਵੀ ਸਭ ਤੋਂ ਹੈਰਾਨ ਕਰ ਦੇਣੀ ਵਾਲੀ ਗੱਲ ਤਾਂ ਉਹੀ ਸੀ ਵੀ ਜਿੰਨੇ ਪੈਸੇ ਲੁੱਟੇ ਗਏ ਉਹ ਉਨੇ ਹੀ ਸੀ ਜਿੰਨੇ ਮੇਰੇ ਕੋਲ ਸੀਗੇ। 58 ਮਿਲੀਅਨ ਲੀਰੇ। Was there a connection between my sudden wealth and the theft that had happened almost at the same time? ਉਹ ਕਹਿੰਦਾ ਕੀ ਮੇਰੀ ਅਚਾਨਕ ਦੌਲਤ ਦੇ ਆਣਾ ਤੇ ਚੋਰੀ ਦੇ ਵਿਚਕਾਰ ਕੋਈ ਸੰਬੰਧ ਹੈਗਾ, ਕਿਉਂਕਿ ਲਗਭਗ ਦੋਨੋਂ ਗੱਲਾਂ ਸੇਮ ਟਾਈਮ ਤੇ ਹੋਈਆਂ ਨੇ। ਉਹਦੀ ਜੇਬ ਵਿੱਚ ਪੈਸੇ ਆ ਰਹੇ ਸੀ ਤੇ ਉੱਥੇ ਚੋਰੀ ਹੋ ਰਹੀ ਸੀ। Is it foolish to think so? ਕਿ ਇਹ ਸੋਚਣਾ ਬੜੀ ਵੱਡੀ ਬੇਵਕੂਫੀ ਹੈ ਵੀ ਕਿੱਥੇ ਚੋਰੀ ਹੋ ਰਹੀ ਹੈ, ਕਿੱਥੇ ਮੇਰੇ ਕੋਲ ਪੈਸੇ ਆ ਰਹੇ ਨੇ। What's more, I am not superstitious, but the incident left me a little confused. ਉਹ ਕਹਿੰਦਾ ਹੈਰਾਨ ਕਰ ਦੇਣੇ ਵਾਲੀ ਗੱਲ ਤਾਂ ਇਹ ਹੈਗੀ ਹੈ ਵੀ ਮੈਂ ਬਿਲਕੁਲ ਅੰਧ ਵਿਸ਼ਵਾਸੀ ਨਹੀਂ ਆ, ਸੁਪਰਸਟੀਸ਼ੀਅਸ ਯਾਨੀ ਅੰਧ ਵਿਸ਼ਵਾਸੀ, ਪਰ ਇਸ ਘਟਨਾ ਨੇ ਮੈਨੂੰ ਇੱਕਦਮ ਕਨਫਿਊਜ਼ਡ ਕਰ ਦਿੱਤਾ ਹੈ, ਉਲਝਣ ਵਿੱਚ ਪਾ ਦਿੱਤਾ ਹੈ। The more you get, the more you want. ਜਿੰਨਾ ਜ਼ਿਆਦਾ ਤੁਸੀਂ ਹਾਸਲ ਕਰਦੇ ਹੋ, ਉਨਾ ਜ਼ਿਆਦਾ ਤੁਸੀਂ ਹੋਰ ਚਾਹੁੰਦੇ ਹੋ ਵੀ ਹੋਰ ਆ ਜਾਏ, ਹੋਰ ਆ ਜਾਏ, ਹੋਰ ਆ ਜਾਏ। I was already rich. ਉਹ ਕਹਿੰਦਾ ਮੈਂ ਤਾਂ ਪਹਿਲਾਂ ਤੋਂ ਹੀ ਅਮੀਰ ਹੋ ਗਿਆ ਸੀ ਪੈਸੇ ਆਉਣ ਤੋਂ ਬਾਅਦ, ਬਟ ਆਈ ਵਾਂਟਡ ਟੂ ਗੈਟ ਰਿਚਰ, ਪਰ ਫਿਰ ਵੀ ਮੈਂ ਹੋਰ ਅਮੀਰ ਹੋਣਾ ਚਾਹੁੰਦਾ ਸੀ। ਐਂਡ ਦ ਸੇਮ ਈਵਨਿੰਗ ਆਈ ਸੈਟ ਟੂ ਵਰਕ ਅਗੇਨ, ਤੇ ਉਸੇ ਸ਼ਾਮ ਮੈਂ ਦੁਬਾਰਾ ਆਪਣੇ ਕੰਮ ਤੇ ਵਾਪਸ ਲੱਗ ਗਿਆ। ਹੁਣ ਕੰਮ ਇਹ ਨਹੀਂ ਵੀ ਉਹ ਆਫਿਸ ਗਿਆ, ਇਹ ਸੀ ਕੰਮ ਕਿ ਜੇਬ ਵਿੱਚ ਹੱਥ ਪਾਓ ਪੈਸੇ ਕੱਢੋ, ਹੱਥ ਪਾਓ ਪੈਸੇ ਕੱਢੋ। ਤੇ ਐਤਕੀ ਉਹਨੇ ਕਿੰਨੇ ਪੈਸੇ ਕੱਢੇ ਆਪਣੀ ਜੇਬ ਦੇ ਵਿੱਚੋਂ? ਦਿਸ ਟਾਈਮ ਇਟ ਵਾਜ਼ 135 ਲੀਰੇ, ਮਿਲੀਅਨ ਲੀਰੇ। 135 ਮਿਲੀਅਨ ਬਹੁਤ ਵੱਡੀ ਅਮਾਊਂਟ ਹੁੰਦੀ ਹੈ। That night I could not close my eyes. ਇੰਨੇ ਪੈਸੇ ਆ ਗਏ ਸੀ ਕਿ ਉਸ ਰਾਤ ਮੈਂ ਆਪਣੀਆਂ ਅੱਖਾਂ ਨਹੀਂ ਬੰਦ ਕਰ ਸਕਿਆ। I was confused. ਮੈਂ ਉਲਝਣ ਦੇ ਵਿੱਚ ਸੀ। At dawn I leaped from the bed. ਤੇ ਜਦ dawn ਯਾਨੀ ਕਿ ਜਦ ਸਵੇਰ ਹੋਈ, ਮੈਂ ਆਪਣੇ ਮੰਜੇ ਤੋਂ ਛਾਲ ਮਾਰੀ, dressed, ਤਿਆਰ ਹੋਇਆ, and ran outside to get the newspaper. ਤੇ ਹੁਣ ਮੈਨੂੰ ਪਤਾ ਸੀ ਵੀ ਹੋ ਸਕਦਾ ਕੋਈ ਕਨੈਕਸ਼ਨ ਹੋਏ, ਤੇ ਮੈਂ ਬੈੱਡ ਤੋਂ ਛਾਲ ਮਾਰ ਕੇ ਤਿਆਰ ਹੋ ਕੇ ਬਾਹਰ ਦੌੜਿਆ ਅਖਬਾਰ ਲੈਣ ਲਈ। As I read, I lost my breath. ਜਦੋਂ ਮੈਂ ਅਖਬਾਰ ਪੜ੍ਹਿਆ, ਮੇਰਾ ਸਾਹ ਸੁੱਕ ਗਿਆ। A terrible fire which had begun in a warehouse had half destroyed a building on the main street via San Clara. ਉਹ ਕਹਿੰਦਾ ਹੋਇਆ ਇਹ ਵੀ ਇੱਕ ਬੜੀ ਵੱਡੀ ਘਟਨਾ ਹੋ ਗਈ। ਇੱਕ ਗੰਭੀਰ ਤਰੀਕੇ ਨਾਲ ਅੱਗ ਲੱਗੀ ਸੀ, ਭਿਆਨਕ ਅੱਗ ਲੱਗੀ ਸੀ, ਜੋ ਕਿ ਇੱਕ ਆਪਾਂ ਕਹਿ ਸਕਦੇ ਹਾਂ ਗੋਡਾਊਨ ਵਿੱਚ ਲੱਗੀ ਸੀ। ਵੇਅਰ ਹਾਊਸ ਯਾਨੀ ਗੋਡਾਊਨ ਵਿੱਚ ਲੱਗੀ ਸੀ, ਉੱਥੇ ਸ਼ੁਰੂ ਹੋਈ ਸੀ। ਬਿਗਨ ਦਾ ਮਤਲਬ ਗੋਡਾਊਨ ਵਿੱਚ ਸ਼ੁਰੂ ਹੋਈ, ਤੇ ਉਹਨੇ ਅੱਧੀ ਬਿਲਡਿੰਗ ਤਬਾਹ ਕਰ ਦਿੱਤੀ ਸੀ, ਜੋ ਕਿ ਕਿੱਥੇ ਸੀ? ਮੇਨ ਗਲੀ ਦੇ ਵਿੱਚ ਸੀ, ਵਾਇਆ ਸੈਨ ਕਲੋਰਾ ਤੇ। The fire had destroyed the safes of a large real estate company which had more than 135 million in cash. ਉਹ ਕਹਿੰਦਾ ਇਸ ਗੋਡਾਊਨ ਦੇ ਵਿੱਚ ਜਿੱਥੇ ਅੱਗ ਲੱਗੀ ਸੀ, ਅੱਗ ਨੇ ਇੱਕ ਵੱਡੀ ਰਕਮ ਤੋਂ ਰਿਲੇਟਡ ਸੀ। ਕੀ ਹੋਇਆ ਸੀ? ਉਹਨੇ ਸਾਰੇ ਦੇ ਸਾਰੇ ਜਿਹੜੇ ਸੇਫ ਹੁੰਦੇ ਆ ਜਿਹਦੇ ਵਿੱਚ ਆਪਾਂ ਪੈਸੇ ਰੱਖਦੇ ਆ, ਉਹ ਇੱਕ ਰੀਅਲ ਏਸਟੇਟ ਕੰਪਨੀ ਦੇ ਸੀਗੇ। ਰੀਅਲ ਏਸਟੇਟ ਜਿਹੜੀ ਬਿਲਡਿੰਗ ਬਣਾਉਂਦੀ ਹੈ, ਉੱਦਾਂ ਦੀ ਕੰਪਨੀ ਦੇ ਪੈਸੇ ਸੀ। ਤੇ ਉਹਦੇ ਵਿੱਚ ਕਿੰਨੇ ਪੈਸੇ ਸੀ ਉਸ ਸੇਫ ਦੇ ਵਿੱਚ ਜਿਹੜੇ ਤਬਾਹ ਹੋ ਗਏ ਸੀ ਅੱਗ ਕਰਕੇ? ਉਹ ਸੀ 135 ਮਿਲੀਅਨ ਤੋਂ ਵੀ ਜ਼ਿਆਦਾ ਕੈਸ਼। 2 firemen were also killed while putting out the fire. ਜਦ 2 firemen ਅੱਗ ਬੁਝਾ ਰਹੇ ਸੀ ਤਾਂ ਉਹਨਾਂ ਦੀ ਵੀ ਮੌਤ ਹੋ ਗਈ ਸੀ। Now I knew
where the money in my pocket came from. Crimes, blood, death. ਤੇ ਉਹ ਕਹਿੰਦਾ ਹੁਣ ਮੈਨੂੰ ਪਤਾ ਸੀ ਕਿ ਮੇਰੀ ਜੇਬ ਦੇ ਵਿੱਚ ਪੈਸਾ ਕਿੱਥੋਂ ਆ ਰਿਹਾ ਹੈ, ਜੁਰਮ ਕਰਕੇ, ਖੂਨ ਕਰਕੇ, ਮੌਤਾਂ ਕਰਕੇ। ਬਟ ਆਈ ਵਾਜ਼ ਨਾਟ ਵਿਲਿੰਗ ਟੂ ਬਲੇਮ ਮਾਈ ਸੈਲਫ ਫॉर दैट। ਪਰ ਮੈਂ ਇਸ ਲਈ ਆਪਣੇ ਆਪ ਨੂੰ ਦੋਸ਼ੀ ਨਹੀਂ ਠਹਿਰਾਉਣਾ ਚਾਹੁੰਦਾ ਸੀ, ਮੈਂ ਥੋੜੀ ਇਹ ਸਭ ਕਰ ਰਿਹਾ ਸੀ। ਉਹ ਕਹਿੰਦਾ I continued taking out money from my pocket। ਉਹ ਕਹਿੰਦਾ ਮੈਂ ਰੁਕਿਆ ਨਹੀਂ, ਮੈਂ ਫੇਰ ਆਪਣੀ ਜੇਬ ਤੋਂ ਪੈਸੇ ਕੱਢਣੇ ਸ਼ੁਰੂ ਕਰ ਦਿੱਤੇ। It was easy, ਸੌਖਾ ਹੀ ਕੰਮ ਸੀ। I slipped my hand into the pocket। ਉਹ ਕਹਿੰਦਾ ਮੈਂ ਤਾਂ ਆਪਣਾ ਹੱਥ ਜੇਬ ਦੇ ਵਿੱਚ ਪਾ ਲੈਂਦਾ ਸੀ। And my fingers always touched bank notes। ਤੇ ਮੇਰੀ ਉਂਗਲੀਆਂ ਹਮੇਸ਼ਾ ਇੱਕ ਨੋਟ ਕੱਢਦੀਆਂ ਸੀ, ਉਹਨਾਂ ਨੂੰ ਟੱਚ ਕਰਦੀਆਂ ਸੀ। The money, the divine money। ਉਹ ਕਹਿੰਦਾ ਪੈਸੇ ਮਤਲਬ ਇਹ ਤੋਂ ਵੱਡੀ ਕੋਈ ਚੀਜ਼ ਹੈ ਹੀ ਨਹੀਂ। ਮਤਲਬ ਡਿਵਾਈਨ ਹੁੰਦਾ ਜਿਹੜੀ ਹੋਲੀ ਹੋਏ, ਜਿਵੇਂ ਸੇਕਰੇਡ ਹੋਏ, ਮਤਲਬ ਬਹੁਤ ਅਹਿਮੀਅਤ ਜਿਹੜੀ ਚੀਜ਼ ਰੱਖਦੀ ਹੋਏ। ਤੇ ਉਹ ਕਹਿੰਦਾ ਇਹ ਤਾਂ ਡਿਵਾਈਨ ਸੀ, ਮਤਲਬ ਇਹ ਤੋਂ ਉੱਤੇ ਕੀ ਹੋਏਗਾ। I soon bought a huge villa। ਤੇ ਮੈਂ ਜਲਦੀ ਹੀ ਇੱਕ ਵਿਸ਼ਾਲ ਵਿਲਾ ਖਰੀਦ ਲਿਆ, ਘਰ ਖਰੀਦ ਲਿਆ। Though I chose to live in the old house। ਪਰ ਖਰੀਦ ਲਿਆ ਸੀ ਵੱਡਾ ਘਰ, ਪਰ ਫਿਰ ਵੀ ਮੈਂ ਛੋਟੇ ਘਰ ਵਿੱਚ ਰਹਿਣਾ ਪਸੰਦ ਕਰਦਾ ਸੀ। Bought paintings, ਅਮੀਰ ਲੋਕ ਪੇਂਟਿੰਗ ਖਰੀਦਦੇ ਨੇ। Drove around in big automobiles। ਤੇ ਵੱਡੀ ਵੱਡੀ ਗੱਡੀਆਂ ਵਿੱਚ ਇੱਧਰ ਉੱਧਰ ਘੁੰਮ ਰਿਹਾ ਸੀ। And after leaving my firm for reasons of health। ਤੇ ਮੈਂ ਆਪਣੀ ਕੰਪਨੀ ਵੀ ਛੱਡ ਦਿੱਤੀ ਸੀ ਸਿਹਤ ਦਾ ਕਾਰਨ ਦੇ ਕੇ ਵੀ ਮੇਰੀ ਜਿਹੜੀ ਹੈਲਥ ਹੈਗੀ ਹੈ ਉਹ ਠੀਕ ਨਹੀਂ ਹੈ। Traveled through the world with wonderful women। ਉਹ ਕਹਿੰਦਾ ਮੈਂ ਪੂਰੀ ਦੁਨੀਆ ਘੁੰਮਿਆ, ਮਤਲਬ ਵਧੀਆ ਤਰੀਕੇ ਨਾਲ, ਬਹੁਤ ਸਾਰੀਆਂ ਲੇਡੀਜ਼ ਨੂੰ ਘੁਮਾਇਆ ਆਪਣੇ ਨਾਲ। I knew whenever I drew money from my pocket, something painful happened in the world। ਉਹ ਕਹਿੰਦਾ ਮੈਂ ਜਾਣਦਾ ਸੀ ਵੀ ਜਦੋਂ ਵੀ ਮੈਂ ਆਪਣੀ ਜੇਬ ਵਿੱਚੋਂ ਪੈਸੇ ਕੱਢਦਾ ਸੀ, ਕੁਝ ਦਰਦਨਾਕ ਵਾਪਰਦਾ ਸੀ ਦੁਨੀਆ ਦੇ ਵਿੱਚ, ਸੰਸਾਰ ਦੇ ਵਿੱਚ। ਬਟ ਸਟਿਲ ਆਈ ਕੰਟੀਨਿਊਡ। ਪਰ ਫਿਰ ਵੀ ਮੈਂ ਜਾਰੀ ਰੱਖਿਆ ਇਹ ਕੰਮ। ਐਂਡ ਦ ਟੇਲਰ। ਤੇ ਜੇ ਗੱਲ ਕਰੀਏ ਦਰਜੀ ਦੀ, ਆਈ ਟੈਲੀਫੋਨਡ ਹਿਮ ਟੂ ਆਸਕ ਫॉर ਦ ਬਿੱਲ। ਉਹ ਕਹਿੰਦਾ ਮੈਂ ਉਹਨੂੰ ਫੋਨ ਕੀਤਾ ਸੀ ਬਿੱਲ ਮੰਗਣ ਦੇ ਲਈ, ਬਟ ਨੋ ਵਨ ਆਨਸਰਡ। ਪਰ ਕਿਸੇ ਨੇ ਜਵਾਬ ਹੀ ਨਹੀਂ ਦਿੱਤਾ ਕਾਲ ਦਾ। ਇਨ ਵਾਇਆ ਫੈਰਾਰਾ when I went in search of him। ਜਦ ਉਹਦੇ ਏਰੀਆ ਦੇ ਵਿੱਚ ਮੈਂ ਉਹਨੂੰ ਲੱਭਣ ਲਈ ਗਿਆ, they told me that he had gone abroad। ਤੇ ਉੱਥੇ ਦੇ ਲੋਕਾਂ ਨੇ ਮੈਨੂੰ ਦੱਸਿਆ ਵੀ ਉਹ ਬਾਹਰ ਚਲਾ ਗਿਆ, ਵਿਦੇਸ਼ ਗਿਆ। they didn't know where। ਤੇ ਉਹਨਾਂ ਨੂੰ ਨਹੀਂ ਪਤਾ ਸੀ ਵੀ ਕਿਹੜੇ ਦੇਸ਼ ਗਿਆ, ਪਰ ਦੇਸ਼ ਤੋਂ ਬਾਹਰ ਚਲਾ ਗਿਆ। one morning in the building where I lived for many years। ਉਹ ਕਹਿੰਦਾ ਇੱਕ ਸਵੇਰ ਜਿਸ ਇਮਾਰਤ ਵਿੱਚ ਮੈਂ ਕਈ ਸਾਲਾਂ ਤੋਂ ਰਹਿ ਰਿਹਾ ਸੀ, they found that a 60-year-old retired woman had killed herself। ਉੱਥੇ ਉਹਨੂੰ ਇਹ ਪਤਾ ਲੱਗਿਆ ਵੀ ਇੱਕ 60 ਸਾਲ ਦੀ ਜਿਹੜੀ ਔਰਤ ਸੀ, ਉਸਨੇ ਆਪਣੇ ਆਪ ਨੂੰ ਮਾਰ ਲਿਆ ਸੀ, because she had mislaid her monthly pension of 30,000 lire। ਤੇ ਉਹਨੇ ਆਪਣੇ ਆਪ ਨੂੰ ਕਿਉਂ ਮਾਰ ਲਿਆ ਸੀ? ਕਿਉਂਕਿ ਉਹਦੀ ਜਿਹੜੀ ਪੈਨਸ਼ਨ ਸੀ, ਜਿਹੜੀ ਰਿਟਾਇਰਮੈਂਟ ਤੋਂ ਬਾਅਦ ਆਉਂਦੀ ਹੈ, ਉਹ ਮਿਲ ਨਹੀਂ ਰਹੀ ਸੀ। ਤੇ ਉਹ ਕਿੰਨੀ ਪੈਨਸ਼ਨ ਸੀ? 30,000 ਲਿਰੇ। ਮਿਸਲੇਡ ਦਾ ਮਤਲਬ ਆਪਾਂ ਕਹਿ ਸਕਦੇ ਹਾਂ ਵੀ ਕਿਤੇ ਰੱਖੀ ਸੀ ਪਰ ਉਹਨੂੰ ਮਿਲ ਨਹੀਂ ਰਹੀ ਸੀ ਉੱਥੇ, ਹੈ ਨਾ। ਕੁਝ ਦੇਰ ਬਾਅਦ ਜਿਵੇਂ ਆਪਾਂ ਕੋਈ ਚੀਜ਼ ਕਿਤੇ ਰੱਖ ਦਿੰਦੇ ਹਾਂ ਤੇ ਉਸ ਤੋਂ ਬਾਅਦ ਉੱਥੇ ਨਾ ਮਿਲੇ, ਤਾਂ ਉਹਦੇ ਤੋਂ ਵੀ ਇੱਦਾਂ ਗਵਾਚ ਗਈ ਸੀ। which she had collected a day before। ਤੇ ਇਹ ਜਿਹੜੀ ਪੈਨਸ਼ਨ ਸੀ ਉਹ ਇੱਕ ਦਿਨ ਪਹਿਲਾਂ ਹੀ ਲੈ ਕੇ ਆਈ ਸੀ ਤੇ ਉਹਨੇ ਕਿਤੇ ਰੱਖੀ, ਉਹਨੂੰ ਫਿਰ ਉਸ ਤੋਂ ਬਾਅਦ ਮਿਲੀ ਨਹੀਂ। that money was with me now। ਉਹ ਕਹਿੰਦਾ ਉਹ ਪੈਸੇ ਹੁਣ ਮੇਰੇ ਕੋਲ ਸੀ, ਉਹ ਜਿਹੜੇ ਉਹਦੇ ਗੁੰਮੇ ਸੀ ਪੈਸੇ, ਉਹ ਮੇਰੇ ਕੋਲ ਸੀ। ਫਿਰ ਉਹ ਕਹਿੰਦਾ enough I thought। ਕਾਫੀ ਹੋ ਗਿਆ, ਮੈਂ ਸੋਚਿਆ। I had to get rid of the jacket। ਮੈਨੂੰ ਇਸ ਜੈਕਟ ਤੋਂ ਛੁਟਕਾਰਾ ਪਾਣਾ ਪਏਗਾ। I decided to destroy it। ਉਹ ਕਹਿੰਦਾ ਮੈਂ ਇਸ ਨੂੰ ਖਤਮ ਕਰਨ ਦਾ ਫੈਸਲਾ ਕਰ ਲਿਆ ਸੀ ਵੀ ਮੈਂ ਇਹਨੂੰ ਅੱਗ ਲਾ ਦਾਂਗਾ, ਜੋ ਵੀ ਕਰਾਂਗਾ ਪਰ ਖਤਮ ਕਰ ਦਾਂਗਾ।
By car I arrived in a valley in the Alps ਪਹਾੜ ਹੈਗੇ ਨੇ ਇਟਲੀ ਦੇ ਵਿੱਚ। ਉਹ ਕਹਿੰਦਾ ਮੈਂ ਕਾਰ ਚਲਾ ਕੇ ਇੱਥੇ ਵੈਲੀ ਜਿਹੜਾ ਥੱਲੇ ਵਾਲਾ ਹਿੱਸਾ ਹੁੰਦਾ ਪਹਾੜ ਦਾ ਇਹ ਕਰਕੇ ਉੱਥੇ ਪਹੁੰਚ ਗਿਆ, ਕਾਰ ਰਾਹੀਂ ਇੱਕ ਘਾਟੀ ਵਿੱਚ ਪਹੁੰਚ ਗਿਆ ਐਲਪਸ ਦੇ। I left the car at a grassy clearing ਤੇ ਮੈਂ ਇੱਕ ਘਾਹ ਵਾਲੀ ਥਾਂ ਤੇ ਆਪਣੀ ਕਾਰ ਨੂੰ ਛੱਡਿਆ and started towards the forest ਤੇ ਅੱਗਾ ਨੂੰ ਚੱਲਣਾ ਸ਼ੁਰੂ ਕਰਤਾ ਜੰਗਲ ਵੱਲ ਨੂੰ। Not a living soul was there ਉੱਥੇ ਕੋਈ ਵੀ ਜੀਵ ਜੰਤੂ ਨਹੀਂ ਦਿਖਾਈ ਦੇ ਰਿਹਾ ਸੀ। I went beyond the forest ਮੈਂ ਜੰਗਲ ਦੇ ਵਿੱਚੋਂ ਲੰਘਿਆ ਤੇ ਉਹਨੂੰ ਪਾਰ ਕਰ ਗਿਆ and reached a rocky ground ਇਹ ਜੰਗਲ ਪਾਰ ਕਰਕੇ ਮੈਂ ਇੱਕ ਰੌਕੀ ਗਰਾਊਂਡ ਤੇ ਪਹੁੰਚ ਗਿਆ ਜਾਂ ਆਪਾਂ ਕਹਿ ਸਕਦੇ ਹਾਂ ਪਥਰੀਲੀ ਜ਼ਮੀਨ ਤੇ ਪਹੁੰਚ ਗਿਆ। Here between two huge boulders ਤੇ ਉਹ ਕਹਿੰਦਾ ਇੱਥੇ ਦੋ ਵੱਡੇ ਪੱਥਰਾਂ ਦੇ ਵਿਚਕਾਰ I pulled the bewitched jacket from my knapsack and set it on fire ਉਹ ਕਹਿੰਦਾ ਇੱਥੇ ਦੋ ਵੱਡੇ ਵੱਡੇ ਜਿਹੜੇ ਆਪਣਾ ਪੱਥਰ ਸੀ ਉਹਨਾਂ ਵਿੱਚ ਮੈਂ ਆਪਣੀ ਉਹ ਜਾਦੂਈ ਜੈਕਟ ਜਿਹੜੀ ਸੀ ਉਹ ਰੱਖੀ। ਬੋਲਡਰਸ ਦਾ ਮਤਲਬ ਵੱਡੇ ਵੱਡੇ ਪੱਥਰ, ਤੇ ਉਹ ਮੈਂ ਜਿਹੜੀ ਜੈਕਟ ਸੀ ਉਹ ਕੱਢੀ ਸੀ। ਕਿੱਥੋਂ ਕੱਢੀ ਸੀ? ਨੈਪਸੈਕ ਤੋਂ। ਹੁਣ ਨੈਪਸੈਕ ਦਾ ਮਤਲਬ ਹੁੰਦਾ ਹੈ ਜਿਵੇਂ ਆਪਾਂ ਪਿੱਠੂ ਬੈਗ ਨਹੀਂ ਕਹਿੰਦੇ ਉਹੋ ਜਿਹਾ। ਤੇ ਉਹ ਕਹਿੰਦਾ ਮੈਂ ਪਿੱਠੂ ਬੈਗ ਲੈ ਕੇ ਗਿਆ ਸੀ, ਉਹਦੇ ਵਿੱਚ ਮੇਰੀ ਜੈਕਟ ਸੀ, ਕੱਢੀ, ਦੋ ਵੱਡੇ ਵੱਡੇ ਪੱਥਰਾਂ ਦੇ ਵਿੱਚ ਰੱਖੀ, ਆ ਦੇਖੋ, ਐਂਡ ਸੈਟ ਇਟ ਔਨ ਫਾਇਰ ਤੇ ਉਹਨੂੰ ਅੱਗ ਲਾ ਦਿੱਤੀ। ਆ ਤੁਸੀਂ ਦੇਖ ਰਹੇ ਹੋ। ਇਨ ਅ ਫਿਊ ਮਿੰਟਸ ਓਨਲੀ ਐਸ਼ਿਜ਼ ਵਰ ਲੈਫਟ ਤੇ ਕੁਝ ਮਿੰਟਾਂ ਬਾਅਦ ਉੱਥੇ ਸਿਰਫ ਸਵਾਹ ਬਚੀ ਸੀ। ਬਟ ਐਜ਼ ਦ ਫਲੇਮਸ ਵਰ ਡਾਈਂਗ ਆਊਟ ਤੇ ਜਦੋਂ ਅੱਗ ਜਿਹੜੀ ਸੀ ਉਹ ਖਤਮ ਹੋ ਰਹੀ ਸੀ, ਆਈ ਹਰਡ ਅ ਹਿਊਮਨ ਵੌਇਸ ਤੇ ਕੁਝ ਮਿੰਟਾਂ ਬਾਅਦ ਜਦ ਅੱਗ ਅਜੇ ਖਤਮ ਹੋ ਰਹੀ ਸੀ ਉਹ ਕਹਿੰਦਾ ਮੈਨੂੰ ਇੱਕ ਮਨੁੱਖੀ ਆਵਾਜ਼ ਜਿਹੜੀ ਸੀ ਉਹ ਸੁਣਾਈ ਦਿੱਤੀ ਜਦ ਅੱਗ ਬੁਝ ਰਹੀ ਸੀ। ਇਟ ਵਾਜ਼ ਓਨਲੀ 2 or 3 ਮੀਟਰਸ ਅਵੇ ਤੇ ਇੰਝ ਲੱਗ ਰਿਹਾ ਸੀ ਕਿ ਉਹ ਬੰਦਾ ਜਿਹੜਾ ਬੋਲ ਰਿਹਾ 2 ਤੋਂ 3 ਮੀਟਰ ਹੀ ਦੂਰ ਹੈਗਾ। ਤੇ ਉਹ ਕੀ ਕਹਿੰਦਾ? ਟੂ ਲੇਟ ਇਟ ਸੈਡ ਤੇ ਉਹ ਕਹਿੰਦਾ ਬਹੁਤ ਦੇਰ ਹੋ ਗਈ, ਬਹੁਤ ਦੇਰ ਹੋ ਗਈ ਵੀ ਇਹਨੂੰ ਕੰਮ ਕਰਨ ਨੂੰ। ਟੈਰੀਫਾਈਡ ਆਈ ਟਰਨਡ ਅਰਾਊਂਡ ਉਹ ਕਹਿੰਦਾ ਵੀ ਘਬਰਾਇਆ ਹੋਇਆ ਮੈਂ ਮੁੜਿਆ ਪਿੱਛੇ ਨੂੰ ਵੀ ਕੌਣ ਹੈ, ਬਟ ਆਈ ਸੌ ਨੋ ਵਨ ਉਹ ਕਹਿੰਦਾ ਉੱਥੇ ਤਾਂ ਮੈਨੂੰ ਕੋਈ ਵੀ ਨਹੀਂ ਦਿਸਿਆ। ਆਈ ਜੰਪਡ ਫਰੋਮ ਵਨ ਰੌਕ ਟੂ ਅਨਦਰ ਟੂ ਲੁੱਕ ਫॉर ਦ ਪਰਸਨ ਕਿਉਂਕਿ ਮੈਂ ਪਥਰੀਲੇ ਏਰੀਆ ਦੇ ਵਿੱਚ ਸੀ। ਮੈਂ ਇੱਕ ਪੱਥਰ ਤੋਂ ਦੂਜੇ ਤੇ ਛਾਲ ਮਾਰੀ, ਦੂਜੇ ਤੋਂ ਤੀਜੇ ਤੇ ਵੀ ਮੈਂ ਦੇਖ ਪਾਵਾਂ ਕੌਣ ਆ ਕੇ ਕਹਿ ਕੇ ਗਿਆ ਇਹ ਗੱਲ, ਪਰ ਉੱਥੇ ਕੋਈ ਇਨਸਾਨ ਨਹੀਂ ਸੀ, ਨਥਿੰਗ, ਕੁਝ ਵੀ ਨਹੀਂ ਸੀ। There were only rocks ਉੱਥੇ ਸਿਰਫ ਚੱਟਾਨਾਂ ਸੀ, ਪੱਥਰ ਸੀ। Overcoming the fear ਉਸ ਡਰ ਨੂੰ ਥੋੜਾ ਉਹਦੇ ਤੋਂ ਉਭਰ ਕੇ I went to the valley ਮੈਂ ਵਾਪਸ ਘਾਟੀ ਵੱਲ ਨੂੰ ਗਿਆ। I was happy that the jacket was not with me anymore ਉਹ ਕਹਿੰਦਾ ਮੈਂ ਖੁਸ਼ ਸੀ ਕਿ ਜੈਕਟ ਹੁਣ ਮੇਰੇ ਨਾਲ ਨਹੀਂ ਸੀ, ਮੇਰੇ ਕੋਲ ਨਹੀਂ ਸੀ। I was free at last ਤੇ ਅਖੀਰ ਵਿੱਚ ਮੈਂ ਆਜ਼ਾਦ ਹੋ ਗਿਆ ਸੀ। ਐਂਡ ਰਿਚ ਲੱਕੀਲੀ ਆਜ਼ਾਦ ਵੀ ਸੀ ਤੇ ਅਮੀਰ ਵੀ ਸੀ ਹੁਣ ਖੁਸ਼ਕਿਸਮਤੀ ਨਾਲ। ਬਟ ਮਾਈ ਕਾਰ ਵਾਜ਼ ਨਾਟ ਐਟ ਦ ਗ੍ਰਾਸੀ ਕਲੀਅਰਿੰਗ ਪਰ ਉਹ ਕਹਿੰਦਾ ਜਦ ਮੈਂ ਘਾਹ ਵੱਲ ਨੂੰ ਗਿਆ ਉਸ ਪਾਸੇ ਮੇਰੀ ਕਾਰ ਖੜੀ ਸੀ, ਹੁਣ ਤਾਂ ਸੀ ਨਹੀਂ ਮੇਰੀ ਕਾਰ ਉੱਥੇ। ਐਂਡ ਆਫਟਰ ਆਈ ਰਿਟਰਨ ਟੂ ਦ ਸਿਟੀ ਤੇ ਉਹ ਤੋਂ ਬਾਅਦ ਜਿਵੇਂ ਤਿਵੇਂ ਕਰਕੇ ਜਦ ਮੈਂ ਸ਼ਹਿਰ ਵਾਪਸ ਪਰਤਿਆ ਆਈ ਸੌ ਮਾਈ ਵਿਲਾ ਹੈਡ ਡਿਸਅਪੀਅਰਡ ਤੇ ਮੈਂ ਦੇਖਿਆ ਵੀ ਮੇਰਾ ਵੱਡਾ ਜਿਹੜਾ ਘਰ ਮੈਂ ਲਿਆ ਸੀ ਉਹ ਵੀ ਗਾਇਬ ਸੀ। ਇਨ ਇਟਸ ਪਲੇਸ ਦੇਅਰ ਵਾਜ਼ ਅ ਫੀਲਡ ਵਿਦ ਅ ਨੋਟਿਸ ਮਿਊਨਿਸਪਲ ਲੈਂਡ ਫॉर ਸੇਲ ਤੇ ਘਰ ਦੀ ਥਾਂ ਤੇ ਉੱਥੇ ਇੱਕ ਨੋਟਿਸ ਲੱਗਿਆ ਹੋਇਆ ਸੀ, ਖੇਤ ਸੀ ਤੇ ਨੋਟਿਸ ਲੱਗਿਆ ਹੋਇਆ ਸੀ ਵੀ ਇਹ ਜਿਹੜੀ ਜ਼ਮੀਨ ਹੈ ਇਹ ਸੇਲ ਲਈ ਹੈਗੀ ਹੈ ਤੇ ਇਹ ਮਿਊਨਿਸਪਲ ਲੈਂਡ ਹੈ, ਸਰਕਾਰੀ ਜ਼ਮੀਨ ਹੈ। ਦੇਅਰ ਵਾਜ਼ ਨੋ ਮਨੀ ਲੈਫਟ ਇਨ ਮਾਈ ਸੇਵਿੰਗ ਅਕਾਊਂਟ ਤੇ ਮੇਰੇ ਖਾਤਿਆਂ ਵਿੱਚ ਵੀ ਬਿਲਕੁਲ ਪੈਸੇ ਨਹੀਂ ਬਚੇ ਸੀ। ਐਂਡ ਦੇਅਰ ਵਾਜ਼ ਡਸਟ, ਨਥਿੰਗ ਬਟ ਡਸਟ ਇਨ ਮਾਈ ਓਲਡ ਟਰੰਕ ਤੇ ਉਹ ਕਹਿੰਦਾ ਮੇਰੇ ਪੁਰਾਣੇ ਟਰੰਕ ਦੇ ਵਿੱਚ ਵੀ ਸਿਰਫ ਧੂੜ ਤੇ ਤੂੜੀ ਮਿਲ ਰਹੀ ਸੀ, ਹੋਰ ਕੁਝ ਵੀ ਨਹੀਂ ਸੀ, ਮਿੱਟੀ ਪਈ ਸੀ।
I know that it's still not over. ਉਹ ਕਹਿੰਦਾ ਮੈਨੂੰ ਪਤਾ ਵੀ ਅਜੇ ਵੀ ਇਹ ਸਭ ਖਤਮ ਨਹੀਂ ਹੋਇਆ. I started working again in the same place with great difficulty. ਹੁਣ ਇੰਨੀ ਐਸ਼ ਕਰਨ ਤੋਂ ਬਾਅਦ ਵਾਪਸ ਜਦ ਕੰਮ ਤੇ ਜਾਣਾ ਪਏ ਤਾਂ ਮੁਸ਼ਕਲ ਤਾਂ ਲੱਗਦਾ ਹੀ ਹੈ. ਤੇ ਉਹ ਕਹਿੰਦਾ ਬੜੀ ਮੁਸ਼ਕਲ ਨਾਲ ਮੈਂ ਵਾਪਸ ਉਸੇ ਥਾਂ ਤੇ ਕੰਮ ਕਰਨਾ ਸ਼ੁਰੂ ਕਰਤਾ. I am sad and worried. ਉਹ ਕਹਿੰਦਾ ਮੈਂ ਉਦਾਸ ਵੀ ਹਾਂ, ਚਿੰਤਿਤ ਵੀ ਹਾਂ. But no one takes notice of my state. ਪਰ ਮੇਰੀ ਸਥਿਤੀ ਦਾ ਕੋਈ ਵੀ ਧਿਆਨ ਨਹੀਂ ਦੇ ਰਿਹਾ ਮੇਰੀ ਸਥਿਤੀ ਵੱਲ. ਸਭ ਆਪਣੇ ਵਿੱਚ ਰੁੱਝੇ ਹੋਏ ਨੇ. I know someday my doorbell will ring. ਉਹ ਕਹਿੰਦਾ ਮੈਨੂੰ ਪਤਾ ਹੈ ਕਿ ਹੋ ਸਕਦਾ ਹੈ ਕਿਸੇ ਦਿਨ ਮੇਰੇ ਦਰਵਾਜ਼ੇ ਦੀ ਘੰਟੀ ਵੱਜੇਗੀ. I'll answer it. ਤੇ ਮੈਂ ਉਹਦਾ ਜਵਾਬ ਦੇਵਾਂਗਾ. And find the cursed tailor. ਤੇ ਮੈਂ ਉਸ ਜਿਹੜਾ ਟੇਲਰ ਸੀ ਜਿਹਨੇ ਮੇਰਾ ਸੂਟ ਸਿਲਿਆ ਸੀ, ਉਸ ਕਰਸਡ ਮਤਲਬ ਉਹਨੂੰ ਨਫ਼ਰਤ ਕਰਦਾ ਸੀ ਉਹ, ਤਾਂ ਹੀ ਉਹਨੇ ਕਿਹਾ ਵੀ ਕਰਸ ਟੇਲਰ ਨੂੰ ਪਾਵਾਂਗਾ ਬਿਫੋਰ ਮੀ, ਆਸਕਿੰਗ ਫॉर ਦ ਫਾਈਨਲ ਸੈਟਲਿੰਗ ਆਫ ਮਾਈ ਅਕਾਊਂਟ. ਤੇ ਮੈਂ ਉਸ ਜਿਹੜਾ ਟੇਲਰ ਸੀ, ਦਰਜੀ ਸੀ, ਉਹ ਆਇਆ ਹੋਏਗਾ ਤੇ ਮੈਂ ਉਹਦਾ ਅਕਾਊਂਟ ਜਿਹੜਾ ਹੈ, ਪੈਸੇ ਜਿਹੜੇ ਹੈ ਉਹ ਪੂਰੇ ਦੇ ਦਾਂਗਾ ਵੀ ਆਪਣਾ ਅਕਾਊਂਟ ਸੈਟਲ ਕਰ, ਤੂੰ ਮੇਰੇ ਨਾਲ ਕੀ ਕੀ ਕਰਵਾਤਾ. ਚਲੋ ਹੁਣ ਡਿਫਿਕਲਟ ਵਰਡ ਮੀਨਿੰਗਸ ਇੱਕ ਵਾਰ ਦੇਖ ਲੈਂਦੇ ਹਾਂ. ਪਵਿਚ ਦਾ ਮਤਲਬ ਜਿਹਦੇ ਕੋਲ ਜਾਦੂਈ ਸ਼ਕਤੀਆਂ ਹੋਣ. ਜੈਕਟ ਕੋਟ ਹੁੰਦਾ. ਕੰਪਲੀਮੈਂਟਡ ਤਾਰੀਫ ਕਰਨਾ ਕਿਸੇ ਦੀ, ਹੈ ਨਾ, ਜਾਂ ਆਪਾਂ ਕਹਿ ਸਕਦੇ ਹਾਂ ਕਿਸੇ ਦੀ ਪ੍ਰੇਜ਼ ਕਰਨਾ, ਕੁਝ ਚੰਗਾ ਕਹਿਣਾ. ਸੈਡ ਨਾਈਸ ਵਰਡਸ. ਕਿਊਰੀਅਸ ਦਾ ਮਤਲਬ ਹੁੰਦਾ ਹੈ ਉਤਸੁਕ, ਈਗਰ ਟੂ ਨੋ ਸਮਥਿੰਗ, ਜਿਹਨੂੰ ਕੁਝ ਜਾਣਨ ਦੀ ਬੜੀ ਉਤਸੁਕਤਾ ਹੁੰਦੀ ਹੈ. ਰਿਸੈਪਸ਼ਨ, ਅ ਪਾਰਟੀ ਟੂ ਵੈਲਕਮ ਸਮਨ. ਰਿਸੈਪਸ਼ਨ ਜਿਵੇਂ ਆਪਾਂ ਵੀ ਜਾਂਦੇ ਹਾਂ, ਘਰੇ ਨਹੀਂ ਵਿਆਹੀ ਕੁੜੀ ਆਉਂਦੀ ਹੈ, ਰਿਸੈਪਸ਼ਨ ਦਿੰਦੇ ਆ ਉਹਨੂੰ ਵੀ ਤੁਸੀਂ ਆਇਓ, ਤਾਂ ਇੱਕ ਪਾਰਟੀ ਹੁੰਦੀ ਹੈ ਕੁਝ ਸੈਲੀਬ੍ਰੇਟ ਕਰਨ ਲਈ. ਐਸਟੋਨਿਸ਼ਡ, ਹੈਰਾਨ, ਵੈਰੀ ਸਰਪ੍ਰਾਈਜ਼ਡ. ਲੀਰੇ ਇਹ ਕੀ ਹੈ? ਇਟਾਲੀਅਨ ਯੂਨਿਟ ਆਫ ਮਨੀ. ਜਿਵੇਂ ਇੰਡੀਅਨ ਰੁਪੀ ਹੈਗਾ ਉਵੇਂ ਹੀ ਇਟਲੀ ਦੇ ਵਿੱਚ ਇਹ ਯੂਜ਼ ਹੁੰਦਾ. ਕਾਊਂਟਰਫੀਟ, ਨੋਟ ਰੀਅਲ, ਨਕਲੀ ਨੋਟ. ਰਿਅਲਾਈਜ਼ਡ ਆਪਾਂ ਇਹਨੂੰ ਕਹਿ ਸਕਦੇ ਹਾਂ ਅਹਿਸਾਸ ਹੋਇਆ ਕਿਸੇ ਨੂੰ, ਬਿਕਮ ਅਵੇਅਰ, ਅੰਡਰਸਟੂਡ. ਡਿਜ਼ੀਨੈਸ ਜਿਵੇਂ ਚੱਕਰ ਆਉਣਾ, ਗਿਡੀਨੈਸ ਹੋਣਾ. ਮਿਰੇਕਲ, ਚਮਤਕਾਰ, ਸਮਥਿੰਗ that one does not expect happens. ਜਦ ਇੱਕਦਮ ਜੋ ਤੁਸੀਂ ਐਕਸਪੈਕਟ ਨਾ ਕਰੋ, ਉਮੀਦ ਨਾ ਕਰੋ, ਹੋ ਜਾਏ. ਡਿਮਿਨਿਸ਼ਡ, ਘਟਣਾ, ਖਤਮ ਹੋਣਾ, become less. ਰਗ, ਦਰੀਆਂ, ਥਿਕ ਮਟੀਰੀਅਲ ਲਾਈਕ ਕਾਰਪੇਟ ਵਰਗਾ ਮਟੀਰੀਅਲ. ਪਾਇਲਸ ਆਪਾਂ ਕਹਿ ਸਕਦੇ ਹਾਂ ਜਿਵੇਂ ਢੇਰੀ ਲਾ ਦੇਣਾ. ਅ ਨੰਬਰ ਆਫ ਥਿੰਗਸ ਲਾਈਂਗ ਵਨ ਔਨ ਟੋਪ ਆਫ ਅਨਦਰ, ਇੱਕ ਦੇ ਉੱਤੇ ਇੱਕ ਕਰਕੇ ਐਵੇਂ. ਪਾਇਲ ਜਿਵੇਂ ਆਪਾਂ ਕਹਿੰਦੇ ਹਾਂ ਪਾਇਲ ਆਫ ਕਲੋਥਸ, ਇੱਕ ਦੇ ਉੱਤੇ ਇੱਕ ਕੱਪੜਾ ਪਿਆ. ਬਲਾਈਂਡਸ ਮੈਂ ਤੁਹਾਨੂੰ ਦੱਸਿਆ ਸੀ ਜਿਵੇਂ ਖਿੜਕੀ ਦੇ ਉੱਤੇ ਕਵਰ ਹੁੰਦਾ, ਉਹਨੂੰ ਉੱਤੇ ਨੀਚੇ ਕਰ ਲੈਂਦੇ ਆ, ਉਹਨੂੰ ਬਲਾਈਂਡਸ ਕਹੀਦਾ. ਵਿੰਡੋ ਸ਼ੇਡਸ ਜਾਂ ਕਵਰਿੰਗ. ਡੈਂਪਨ ਕਰਨਾ, ਕਿਸੇ ਚੀਜ਼ ਨੂੰ ਘਟਾਉਣਾ. ਡੈਂਪਨ ਦਾ ਮਤਲਬ ਘੱਟ ਕਰ ਦੇਣਾ, ਖਤਮ ਕਰ ਦੇਣਾ. ਆਰਮਰਡ, ਬੁਲੇਟ ਪ੍ਰੂਫ, ਜਿਹਦੇ ਵਿੱਚੋਂ ਗੋਲੀ ਨਾ ਜਾ ਸਕੇ. ਕਲੀਅਰਡ ਆਊਟ ਯਾਨੀ ਕਿ ਚੁਰਾ ਲੈਣਾ, ਸਾਫ਼ ਕਰ ਦੇਣਾ. ਸਟੋਲ ਐਵਰੀਥਿੰਗ. ਸੁਪਰਸਟੀਸ਼ੀਅਸ ਇਹਦਾ ਮਤਲਬ ਹੁੰਦਾ ਹੈ ਅੰਧ ਵਿਸ਼ਵਾਸੀ, ਜੋ ਜਾਦੂ ਵਿੱਚ ਵਿਸ਼ਵਾਸ ਰੱਖੇ. ਡਿਵਾਈਨ, ਹੋਲੀ, ਬਹੁਤ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਸੇਕਰੇਡ ਜਿਹਨੂੰ ਆਪਾਂ ਕਹਿੰਦੇ ਹਾਂ. ਆਟੋਮੋਬਾਈਲਸ, ਗੱਡੀਆਂ, ਮੋਟਰਸ, ਕਾਰਸ. ਮਿਸਲੇ ਇਹਦਾ ਮਤਲਬ ਕਿਸੇ ਚੀਜ਼ ਨੂੰ ਕਿਤੇ ਰੱਖ ਕੇ ਫਿਰ ਦੁਬਾਰਾ ਉਹ ਉੱਥੇ ਨਾ ਮਿਲੇ. ਪੁੱਟ ਸਮਥਿੰਗ ਸਮਵੇਅਰ ਐਂਡ ਨਾਟ ਫਾਊਂਡ ਇਟ ਫॉर ਸਮ ਟਾਈਮ, ਉੱਥੇ ਨਾ ਮਿਲਣੀ ਦੁਬਾਰਾ. ਕਲੀਅਰਿੰਗ, ਓਪਨ ਪਲੇਸ ਇਨ ਦ ਫੋਰੈਸਟ ਵੇਅਰ ਦੇਰ ਆਰ ਨੋ ਟਰੀਜ਼. ਗ੍ਰਾਸੀ ਕਲੀਅਰਿੰਗ ਤੇ ਉਹਨੇ ਗੱਡੀ ਖੜਾਈ ਸੀ ਜਿੱਥੇ ਪੇੜ ਨਹੀਂ ਸੀ, ਘਾਹ ਸੀ. ਬੋਲਡਰਸ, ਵੱਡੇ ਵੱਡੇ ਪੱਥਰ, ਹਿਊਜ ਰੌਕਸ. ਟੈਰੀਫਾਈਡ, ਘਬਰਾਇਆ ਹੋਇਆ, ਡਰੇ ਹੋਏ, ਫਰਾਈਟਨਡ. ਕਰਸਡ ਆਪਾਂ ਕਹਿ ਸਕਦੇ ਹਾਂ ਨਫ਼ਰਤ ਭਰਿਆ, ਹੇਟਫੁਲ. ਤੇ ਇਹ ਸੀ ਅੱਜ ਦੀ ਕਲਾਸ. ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਚੈਪਟਰ ਸਮਝ ਆ ਗਿਆ ਹੈ. ਹੁਣ ਆਪਾਂ ਅਗਲੀ ਕਲਾਸ ਦੇ ਵਿੱਚ ਅਗਲਾ ਚੈਪਟਰ ਡਿਸਕਸ ਕਰਾਂਗੇ ਤੇ ਕੁਐਸਚਨ ਆਨਸਰਸ ਦੀ ਵੀ ਅਗਲੀ ਪਲੇਲਿਸਟ ਹੈਗੀ ਹੈ ਇੱਕ ਵੱਖ, ਤੁਸੀਂ ਉਹ ਵੀ ਜਾ ਕੇ ਚੈੱਕ ਕਰ ਸਕਦੇ ਹੋ. ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਪਲੀਜ਼ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ. ਬਾਏ ਬਾਏ.